ਸਤਿ ਸ਼੍ਰੀ ਅਕਾਲ। ਪੰਜਾਬ ਟੁਡੇ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। ਹਰ ਰੋਜ਼ ਦੀ ਤਰ੍ਹਾਂ ਅਸੀਂ ਸਰਕਾਰ ਤੇ ਨਜ਼ਰ ਰੱਖਦੇ ਹਾਂ। ਸਰਕਾਰ ਦੇ ਵੱਲੋਂ ਕੀ ਕੁਝ ਕੀਤਾ ਗਿਆ ਤੇ ਵਿਰੋਧੀਆਂ ਧਿਰਾਂ ਵੱਲੋਂ ਕਿਹੜਾ ਰੋਲ ਨਿਭਾਇਆ ਗਿਆ। ਸੂਬੇ ਦੀ ਸਰਕਾਰ ਲੋਕਾਂ ਪ੍ਰਤੀ ਕਿੰਨੀ ਕੁ ਸੁਹਿਰਦ ਹੈ। ਸਾਰੇ ਮਸਲਿਆਂ ਨੂੰ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ, ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਕਿ ਕੀ ਕੁ ਕਾਰਗੁਜ਼ਾਰੀ ਵਿਚਾਰੀ ਜਾ ਰਹੀ ਹੈ, ਸਰਕਾਰ ਕੀ ਕਰ ਰਹੀ ਹੈ, ਇਹਨਾਂ ਮਸਲਿਆਂ ਤੇ ਕੀ ਕੁਝ ਹੋ ਰਿਹਾ। ਤੇ ਅੱਜ ਵੀ ਅਸੀਂ ਉਹਨਾਂ ਮਸਲਿਆਂ ਤੇ ਹੀ ਗੱਲ ਕਰਾਂਗੇ। ਪਹਿਲਾ ਮਸਲਾ ਅਸੀਂ ਲਵਾਂਗੇ ਜੋ ਮਾਨ ਸਰਕਾਰ ਵੱਲੋਂ 1500 ਰੁਪਇਆ ਸਿੱਧੀ ਬਿਜਾਈ ਨੂੰ ਲੈ ਕੇ ਰੱਖਿਆ ਗਿਆ ਸੀ ਕਿ ਸਿੱਧੀ ਬਿਜਾਈ ਜਿਹੜੇ ਕਿਸਾਨ ਕਰਨਗੇ ਉਹਨਾਂ ਨੂੰ 1500 ਰੁਪਇਆ ਦਿੱਤਾ ਜਾਵੇਗਾ। ਤੇ ਉਹਨਾਂ ਦੇ ਵੱਲੋਂ ਅੱਜ ਇੱਕ ਪੋਰਟਲ ਵੀ ਜਾਰੀ ਕਰ ਦਿੱਤਾ ਗਿਆ ਹੈ ਕਿ ਉੱਥੇ ਆਪਣੀ ਇਨਫੋਰਮੇਸ਼ਨ, ਆਪਣੀ ਜਾਣਕਾਰੀ ਕਿਸਾਨ ਸਾਂਝੀ ਕਰ ਸਕਦੇ ਨੇ। ਤੇ ਦੂਜਾ ਮਸਲਾ ਜੋ ਬੀਤੇ ਦਿਨ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਤੋਂ ਬਾਅਦ ਮਾਨ ਸਰਕਾਰ ਵੱਲੋਂ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ, ਉਸ ਮਸਲੇ ਨੂੰ ਲੈ ਕੇ ਵੀ ਗੱਲ ਕਰਾਂਗੇ ਕਿ ਆਖਰ ਉਸ ਮਸਲੇ ਨੂੰ ਲੈ ਕੇ ਹੋਰ ਕਿੰਨੇ ਕੁ ਮੰਤਰੀ ਨੇ ਵਿਰੋਧੀ ਧਿਰ ਦੇ ਵਿੱਚ ਪਹਿਲਾਂ ਰਹਿੰਦਿਆਂ ਬੜੇ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਸਨ, ਇਸ਼ਾਰੇ ਵੀ ਕੀਤੇ ਜਾਂਦੇ ਸਨ ਕਿ ਇਹਨਾਂ ਮੰਤਰੀਆਂ ਵੱਲੋਂ ਸਿੱਧੇ ਤੌਰ ਤੇ ਧੋਖਾਧੜੀ ਕੀਤੀ ਜਾ ਰਹੀ ਹੈ। ਇਸ ਬਾਬਤ ਵੀ ਗੱਲਬਾਤ ਕਰਾਂਗੇ। ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਵੱਖੋ-ਵੱਖ ਪਾਰਟੀਆਂ ਦੇ ਬੁਲਾਰੇ ਜੜੇ ਹੋਏ ਹਨ। ਕਮਲ ਸੋਈ ਜੀ ਸਵਾਗਤ ਹੈ ਬੀਜੇਪੀ ਤੋਂ, ਜੰਗਵੀਰ ਚੌਹਾਨ ਕਿਸਾਨ ਆਗੂ ਨੇ, ਪ੍ਰਦੀਪ ਮਾਨ ਜੀ ਕਾਂਗਰਸ ਤੋਂ, ਪ੍ਰਭਜੋਤ ਧਾਲੀਵਾਲ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਰਮਨ ਚਾਂਦੀ ਜੀ ਆਮ ਆਦਮੀ ਪਾਰਟੀ ਤੋਂ। ਸਭ ਤੋਂ ਪਹਿਲਾਂ ਸਾਰਿਆਂ ਦਾ ਪੰਜਾਬ ਟੁਡੇ ਦੇ ਵਿੱਚ ਸਵਾਗਤ ਹੈ। ਰਮਨ ਚਾਂਦੀ ਜੀ, ਗੱਲ ਮੈਂ ਸ਼ੁਰੂ ਤੁਹਾਡੇ ਤੋਂ ਹੀ ਕਰਾਂਗਾ। ਮਾਨ ਸਰਕਾਰ ਵੱਲੋਂ ਵੱਡਾ ਅੱਜ ਇੱਕ ਐਲਾਨ ਦੇ ਨਾਲ ਵੱਡਾ ਫਰਮਾਨ ਵੀ ਦੇ ਦਿੱਤਾ ਗਿਆ ਹੈ ਕਿ ਪੋਰਟਲ ਜਾਰੀ ਕਰ ਦਿੱਤਾ ਗਿਆ, ਜਿਹੜੀ 1500 ਰੁਪਇਆ ਕਿਸਾਨਾਂ ਨੂੰ ਸਿੱਧੀ ਬਿਜਾਈ ਦੇ ਤੌਰ ਤੇ ਪੈਸੇ ਦਿੱਤੇ ਜਾਣਗੇ, ਉਸ ਦੇ ਤੌਰ ਤੇ ਪੋਰਟਲ ਜਾਰੀ ਕਰ ਦਿੱਤਾ ਗਿਆ। ਇਸ ਬਾਬਤ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਤੁਹਾਡੇ ਕੋਲੋਂ ਕਿ ਪੰਜਾਬ ਦਾ ਖਜ਼ਾਨਾ ਤਾਂ ਪਹਿਲਾਂ ਹੀ ਖਾਲੀ ਹੈ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਇਹ ਗੱਲ ਵੀ ਰੱਖੀ ਗਈ ਸੀ ਕਿ 1500 ਦੇ ਨਾਲ ਤਾਂ ਸਾਡਾ ਗੁਜ਼ਾਰਾ ਹੀ ਨਹੀਂ ਚੱਲਦਾ, ਇੰਨੇ ਦੇ ਵਿੱਚ ਤਾਂ ਸਾਡਾ ਤੇਲ ਹੀ ਫੁੱਕਦਾ ਹੈ। ਤੇ ਇਸ ਬਾਬਤ ਤੁਹਾਡੀ ਕੀ ਪ੍ਰਤੀਕਿਰਿਆ ਹੈ, ਕੀ ਆਪਣਾ ਪੱਖ ਰੱਖ ਰਹੇ ਹੋ ਜੀ? ਰਮਨ ਚਾਂਦੀ ਜੀ। ਚੰਨੀ ਜੀ ਦੇਖੋ, ਕਿਸਾਨਾਂ ਦੇ ਬਾਬਤ ਪੰਜਾਬ ਸਰਕਾਰ ਪਹਿਲਾਂ ਹੀ ਮਾਨ ਸਾਹਿਬ ਕਲੀਅਰ ਕਰ ਚੁੱਕੇ ਨੇ ਕਿ ਮਾਨ ਸਾਹਿਬ ਪੂਰੀ ਤਰ੍ਹਾਂ ਚਿੰਤਤ ਨੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ। ਜਿਹੜਾ ਪੋਰਟਲ ਜਾਰੀ ਕਰਨ ਦੀ ਗੱਲ ਹੈ, ਖਜ਼ਾਨਾ ਭਰਿਆ ਹੋਵੇ ਚਾਹੇ ਖਾਲੀ ਹੋਵੇ, ਲੇਕਿਨ ਪੰਜਾਬ ਦੇ ਕਿਸਾਨਾਂ ਨੂੰ ਕਿਸਾਨੀ ਵਜੋਂ ਕਿਵੇਂ ਉਭਾਰਨਾ ਹੈ ਜੀ, ਉਹ ਸਾਰੇ ਹੱਦਾਂ ਪਾਰ ਕਰਨ ਤੱਕ ਵੀ ਪੰਜਾਬ ਸਰਕਾਰ ਜਾਏਗੀ। ਕਿਉਂਕਿ ਪਿਛਲੇ ਤਕਰੀਬਨ 25 ਸਾਲਾਂ ਤੋਂ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਰੁਲਦੇ ਆ ਰਹੇ ਨੇ। ਕੋਈ ਵੀ ਨਵਾਂ ਸੰਦੇਸ਼ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਨਹੀਂ ਦਿੱਤਾ। ਜੇਕਰ ਅੱਜ 1500 ਰੁਪਇਆ ਮਾਨ ਸਰਕਾਰ ਨੇ ਕਿਸਾਨਾਂ ਦੇ ਲਈ ਰੱਖਿਆ ਤਾਂ ਕੁਝ ਨਾ ਕੁਝ ਨਾਲੋਂ ਤਾਂ ਚੰਗਾ ਹੀ ਹੈ, ਕਿਉਂਕਿ ਉਹਨਾਂ ਨੂੰ ਕੁਝ ਨਾ ਕੁਝ ਸਹਾਰਾ ਤਾਂ ਮਿਲੇਗਾ। ਪਿਛਲੀਆਂ ਸਰਕਾਰਾਂ ਨੇ ਤਾਂ ਇਹ ਕੁਝ ਵੀ ਨਹੀਂ ਕੀਤਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਰਕਾਰ ਇਹ ਚਾਹੁੰਦੀ ਹੈ ਕਿ ਜੇਕਰ ਇਹ ਸਾਰਾ ਫਾਰਮੂਲਾ ਪੋਰਟਲ ਜਾਰੀ ਕਰਨ ਦਾ ਮਤਲਬ ਹੈ, ਇੱਕ ਤਾਂ ਡਾਟਾ ਤਿਆਰ ਹੋ ਜਾਏਗਾ ਪੂਰੇ ਪੰਜਾਬ ਦਾ ਕਿ ਕਿੰਨੇ ਕਿਸਾਨ ਇਹਦੇ ਅਧੀਨ ਰਜਿਸਟ੍ਰੇਸ਼ਨ ਕਰਵਾਉਂਦੇ ਨੇ ਔਰ ਕਿੰਨੇ ਬਾਕੀ ਬਚ ਗਏ। ਕਿਉਂਕਿ ਪੰਜਾਬ ਸਰਕਾਰ ਦਾ ਇਹ ਟੀਚਾ ਹੈ ਕਿ ਤਕਰੀਬਨ ਸਾਰੇ ਹੀ ਕਿਸਾਨ ਜਿਹੜੇ ਪੰਜਾਬ ਦੇ ਨੇ ਉਹ ਕੁਝ ਨਾ ਕੁਝ ਹੱਦ ਤੱਕ ਪੰਜਾਬ ਦੀ ਸਰਕਾਰ ਦੇ ਨਾਲ ਸਹਿਮਤ ਹੋ ਕੇ ਇਹਨਾਂ ਗੱਲਾਂ ਨੂੰ ਅਪਣਾਉਣ ਤਾਂ ਕਿ ਪੰਜਾਬ ਦੀ ਕਿਸਾਨੀ ਨੂੰ ਉਭਾਰਿਆ ਜਾ ਸਕੇ। ਜੀ ਚੌਹਾਨ ਸਾਹਿਬ, ਰਮਨ ਚਾਂਦੀ ਜੀ ਨੇ ਆਪਣਾ ਪੱਖ ਰੱਖ ਦਿੱਤਾ ਹੈ, ਸੰਤੁਸ਼ਟ ਹੋ 1500 ਰੁਪਏ ਦੇ ਨਾਲ? ਬੜੀ ਚੰਗੀ ਗੱਲ ਹੈ, ਚਾਂਦੀ ਜੀ ਨੇ ਦੱਸਿਆ, ਬੜੀ ਅੱਛੀ ਗੱਲ ਆ। ਪਿਛਲੀਆਂ ਵੀ ਸਰਕਾਰਾਂ ਬੜੀਆਂ ਚਿੰਤਿਤ ਸੀਗੀਆਂ ਚੰਨੀ ਸਾਹਿਬ। ਚਲੋ ਆਪਣੇ ਨਵੀਂ ਸਰਕਾਰ ਚੁਣੀ ਆ, ਲੋਕਾਂ ਨੇ ਵੱਡਾ ਫਤਵਾ ਦਿੱਤਾ। ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਹੈ, ਸੋ ਚੰਗੀ ਗੱਲ, ਇਹਨਾਂ ਦੀ ਸੋਚ ਵਧੀਆ, ਪਰ ਇਹਨਾਂ ਦੇ ਜਿਹੜੇ ਚੌਹਾਨ ਸਾਹਿਬ ਤੁਹਾਡੀ ਆਵਾਜ਼ ਕੱਟ ਰਹੀ ਹੈ। ਜੇਕਰ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਪਲੀਜ਼ ਸਟੇ ਕਰ ਲਓ, ਥੋੜਾ ਕਿਤੇ ਰੁਕ ਜਾਓ, ਉਸ ਤੋਂ ਬਾਅਦ ਆਵਾਜ਼ ਸਿੱਧੀ ਆ ਜਾਏਗੀ ਜੀ। ਜੰਗਵੀਰ ਜੀ, ਸੋ ਕਿਸੇ ਤਕਨੀਕੀ ਕਾਰਨ ਜੰਗਵੀਰ ਜੀ ਨਾਲ ਗੱਲਬਾਤ ਨਹੀਂ ਹੋ ਪਾ ਰਹੀ। ਪ੍ਰਭਜੋਤ ਜੀ ਤੁਹਾਡੇ ਤੱਕ ਪਹੁੰਚਣਾ ਚਾਹਾਂਗਾ। ਰਮਨ ਚਾਂਦੀ ਜੀ ਨੇ ਜਿਸ ਤਰ੍ਹਾਂ ਦੱਸਿਆ ਹੈ ਕਿ ਕਿਸਾਨਾਂ ਨੂੰ ਲੈ ਕੇ ਸੁਹਿਰਦ ਹੈ ਅਸੀਂ 1500 ਰੁਪਏ ਦੀ ਜਿਹੜੀ ਗੱਲ ਕਰਦੀ ਹੈ ਜੀ ਆਮ ਆਦਮੀ ਪਾਰਟੀ, ਕਹਿੰਦੇ ਵੀ ਕੁਝ ਸ਼ੁਰੂਆਤ ਕੀਤੀ ਹੈ। ਚਲੋ ਠੀਕ ਹੈ, ਸ਼ੁਰੂਆਤ ਕੀਤੀ ਹੈ। ਇਹਨਾਂ ਨੇ ਮੂੰਗੀ ਤੇ MSP ਦੇਤੀ 7275 ਰੁਪਏ, ਚਲੋ ਠੀਕ ਹੈ, ਬਹੁਤ ਵਧੀਆ ਗੱਲ ਆ। ਪਰ ਜਿਹੜਾ ਮੌਕੇ ਤੇ ਫਰਮਾਨ ਜਾਰੀ ਕਰਦੇ ਆ ਨਾ, ਇਹਨਾਂ ਦੇ ਤਰੀਕੇ ਗਲਤ ਆ। ਇਸ ਵਾਰ ਜਿਹੜਾ ਝੋਨੇ ਦਾ ਫਰਮਾਨ ਇਹਨਾਂ ਨੇ ਜਾਰੀ ਕੀਤਾ ਨਾ, ਜਿਹੜਾ ਵੀ ਇੱਕਦਮ 2-4 ਦਿਨ ਪਹਿਲਾਂ ਹੀ ਜਾਰੀ ਕਰਕੇ ਫਰਮਾਨ ਇਹ ਕਹਿ ਦਿੱਤਾ ਕਿ ਜਿਹੜਾ 18 ਤਰੀਕ ਤੋਂ ਲੈ ਕੇ 26 ਤਰੀਕ ਤੱਕ ਜਿਹੜਾ ਝੋਨਾ ਲਾਇਆ ਜਾਊਗਾ ਇਸ ਵਾਰ। ਪਰ
ਕਿਸਾਨਾਂ ਨੇ ਤਾਂ ਪਨੀਰੀ ਪਹਿਲਾਂ ਹੀ ਬੀਜ ਲਈ ਸੀਗੀ। ਔਰ ਜਿਹੜਾ ਇਹੋ ਜਿਹਾ ਇਹਨਾਂ ਦਾ ਅੰਦਰ ਬੈਠ ਕੇ ਜਿਹੜਾ ਨਾਜ਼ਰਸ਼ਾਹੀ ਫਰਮਾਨ ਇਹ ਕਰਦੇ ਆ, ਉਹ ਇਹਨਾਂ ਦਾ ਤਰੀਕਾ ਪਸੰਦ ਨਹੀਂ ਸਾਨੂੰ ਹੈਗਾ। ਜੇ ਇਹਨਾਂ ਨੂੰ ਇੰਨੀ ਚਿੰਤਾ ਸੀ ਪੰਜਾਬ ਦੇ ਪਾਣੀਆਂ ਦੀ, ਤੇ ਮਹੀਨਾ ਕੁ ਪਹਿਲਾਂ 20-25 ਦਿਨ ਪਹਿਲਾਂ ਇਹ ਸਾਡੇ ਕਿਸਾਨਾਂ ਨੂੰ ਦੱਸ ਦਿੰਦੇ, ਅਸੀਂ ਕੋਈ ਵੈਰਾਈਟੀਆਂ ਹੀ ਉਸ ਹਿਸਾਬ ਦੀਆਂ ਜਿਹੜੀਆਂ ਆਪਣੇ ਕਿਸਾਨਾਂ ਨੂੰ ਭਿਜਵਾ ਦਿੰਦੇ। 126 ਵੈਰਾਈਟੀ ਤੇ ਜ਼ੋਰ ਦਿੰਦੇ ਆ, ਪਰ ਕਈਆਂ ਦੁਕਾਨਾਂ ਜਾਂ ਕਈਆਂ ਬਾਜ਼ਾਰਾਂ ਦੇ ਵਿੱਚ ਜਿਹੜਾ 126 ਵੈਰਾਈਟੀ ਦਾ ਬੀਜ ਉਪਲਬਧ ਵੀ ਹੈ ਨਹੀਂਗਾ। ਔਰ ਉਹ ਬੀਜ ਉਪਲਬਧ ਵੀ ਸਰਕਾਰ ਨੇ ਕਰਾਉਣਾ, ਉਹ ਬਲੈਕਮੇਲ ਹੋ ਰਹੀ ਬੀਜ ਦੀ। ਜਿਹੜਾ 100 ਰੁਪਏ ਕਿਲੋ ਵਾਲਾ ਬੀਜ ਆ, ਉਹ 150 ਰੁਪਏ ਕਿਲੋ ਨੂੰ ਵਿਕ ਰਿਹਾ ਆ। ਸੋ ਜਿਹੜੇ ਇੱਕ ਕਣਕ ਦਾ ਮੁਆਵਜ਼ਾ ਸੀ, ਕਿੰਨੇ ਮਾਨਸਾ ਵੀ ਕਦੋਂ ਦਾ ਰੌਲਾ ਪਾਈ ਜਾਂਦੇ ਕਿ ਜਿਹੜਾ ਕਣਕ ਆ, ਕਣਕ ਨੂੰ ਕੁਦਰਤੀ ਮਾਰ ਪਈ ਹੈ, ਕਿ ਮਾਨ ਸਾਹਿਬ ਜਿਹੜਾ ਆ, ਆਮ ਆਦਮੀ ਪਾਰਟੀ ਸਰਕਾਰ ਆ, ਮੁੱਖ ਮੰਤਰੀ ਸਾਹਿਬ ਕਣਕ ਦਾ ਮੁਆਵਜ਼ੇ ਦਾ ਐਲਾਨ ਕਰਨ 500 ਰੁਪਏ ਪ੍ਰਤੀ ਕੁਆਂਟਲ ਜਾਂ 10,000 ਰੁਪਏ ਪ੍ਰਤੀ ਕਿੱਲਾ। ਉਹਦੇ ਬਾਰੇ ਹਾਲੇ ਇਹਨਾਂ ਦਾ ਕੋਈ ਬਿਆਨ ਨਹੀਂ ਆਇਆ, ਉਹਦੇ ਇਹਨਾਂ ਨੇ ਚੁੱਪ ਧਾਰੀ ਹੋਈ ਹੈ। ਔਰ ਅਸੀਂ ਇੱਕ ਗੱਲ ਹੋਰ ਕੀਤੀ ਸੀ ਕਿ ਜਿਹੜੀ ਬਾਸਮਤੀ ਆ, ਬਾਸਮਤੀ ਦੇ ਤੁਸੀਂ MSP ਦੇ ਦਿਓ, 4500 ਰੁਪਇਆ ਦੇ ਦਿਓ, 5000 ਦੇ ਦਿਓ, ਤਾਂ ਜੋ ਜਿਹੜਾ ਕਿਸਾਨ ਆ ਉਹ ਬਦਲਦੇ ਰੂਪ ਦੇ ਵਿੱਚ ਬਾਸਮਤੀ ਲਾ ਲਵੇ। ਨਾਲੇ ਥੋੜੇ ਸਮੇਂ 'ਚ ਪੱਕਣੇ ਵਾਲੀ ਸਾਡੀ ਫਸਲ ਆ, ਇੱਕ ਸਾਡਾ ਲੰਬੇ ਸਮੇਂ ਵਾਲੇ ਝੱਜਟ ਮੁੱਕ ਜਾਂਦਾ, ਤੇ ਇੱਕ ਪਾਣੀ ਦੀ ਜਿਹੜੀ ਵਰਤੋਂ ਆ ਉਹ ਘਟ ਜਾਂਦੀ ਆ। ਸੋ ਇਸ ਕਰਕੇ ਇਹਨਾਂ ਨੂੰ ਵਿਉਂਤਬੰਦੀ ਤਰੀਕੇ ਨਾਲ ਬੈਠ ਕੇ ਪਹਿਲਾਂ ਹੀ ਜਿਹੜਾ ਆ ਯੋਜਨਾਬੱਧ ਤਰੀਕੇ ਨਾਲ ਇਹਨੂੰ ਅਪਣਾ ਲੈਣਾ ਚਾਹੀਦਾ ਸੀ। ਪਰ ਇਹ ਇੱਕਦਮ ਜਿਹੜਾ ਹੁਣ ਸੰਦੇਸ਼ ਜਾਰੀ ਕਰਦੇ, ਜਿਸ ਤਰ੍ਹਾਂ ਪੋਰਟਲ ਦੀ ਗੱਲ ਕਰਦੇ ਆ, ਠੀਕ ਹੈ ਗੱਲ, ਜਿਨ੍ਹਾਂ ਨੇ ਇਹ ਸਿੱਧੀ ਬਿਜਾਈ ਕਰਨੀ ਆ ਉਹਨਾਂ ਵਾਸਤੇ ਪੋਰਟਲ ਇਹਨਾਂ ਨੇ ਕਹਿ ਦਿੱਤਾ ਆ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਉਣੀ ਕਰਵਾ ਲਓ ਜੀ। ਪਰ ਦਰਅਸਲ ਗੱਲ ਇਹ ਆ ਕਿ ਪੰਜਾਬ ਸਰਕਾਰ ਨੇ ਗੱਲ ਕਹੀ ਸੀ ਕਿ ਸਿੱਧੀ ਬਿਜਾਈ ਵਾਸਤੇ ਅਸੀਂ 8 ਘੰਟੇ ਕਿਸਾਨਾਂ ਨੂੰ ਬਿਜਲੀ ਦਵਾਂਗੇ 20 ਮਈ ਤੋਂ। ਪਰ ਜਦੋਂ 20 ਮਈ ਆਈ ਤੇ ਉਸ ਵੇਲੇ 4 ਘੰਟੇ ਬਿਜਲੀ ਜਿਹੜੀ ਸਾਡੀਆਂ ਮੋਟਰਾਂ ਤੇ ਆਉਣ ਲੱਗ ਪਈ, ਤੇ ਉਹ ਸਿੰਜਾ ਕਰਨਾ ਹੁੰਦਾ, ਜ਼ਮੀਨ ਨੂੰ ਸਿੰਜਣਾ ਹੁੰਦਾ। ਜੀ ਜੀ ਜੰਗਵੀਰ ਜੀ, ਤੁਹਾਡੀ ਆਵਾਜ਼ ਫੇਰ ਕੱਟ ਗਈ ਇਸ ਵਾਰੀ। ਸੋ ਜੰਗਵੀਰ ਜੀ ਦੀ ਆਵਾਜ਼ ਕਿਸੇ ਤਕਨੀਕੀ ਕਾਰਨ ਨਹੀਂ ਪਹੁੰਚ ਪਾ ਰਹੀ। ਕਮਲ ਸੋਈ ਜੀ, ਤੁਹਾਡਾ ਪੱਖ ਜਾਣਨਾ ਚਾਹਾਂਗੇ, ਕਿਵੇਂ ਵੇਖਦੇ ਹੋ ਕਿ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ, ਹਾਲਾਂਕਿ ਜੰਗਵੀਰ ਜੀ ਕਹਿੰਦੇ ਨੇ ਕਿ ਇਹਨਾਂ ਦੀਆਂ ਨੀਤੀਆਂ ਤੋਂ ਅਸੀਂ ਤੰਗ ਨੇ। ਉਹ ਤਾਂ ਇਹ ਗੱਲ ਹੋ ਗਈ ਕਿ ਘਰ ਆਈ ਜੰਜ ਤੇ ਬਿਰਨੋ ਕੁੜੀ ਦੇ ਕੰਨ ਵਾਲਾ ਹਿਸਾਬ ਕਿਤਾਬ ਫਿਰਦਾ ਹੈ। ਚਾਹਨਾ ਸੀ, ਚਲੋ ਗੱਲ ਨਹੀਂ, ਜਿਹਨੇ ਸਿੱਧੀ ਬਿਜਾਈ ਮੇਰਾ ਖਿਆਲ ਵੀ ਇਸ ਵਾਰ ਰਾਤੀ ਹਟਾਉਣਾ ਆ, ਪਰ ਇਹ ਪੂਰੇ ਤਰੀਕੇ ਨਾਲ ਯੋਜਨਾਬੱਧ ਤਰੀਕੇ ਦੇ ਨਾਲ ਜਿਹੜਾ ਕਿਸਾਨਾਂ ਨੂੰ ਆਪਣਾ ਜਿਹੜਾ ਬੈਠ ਕੇ ਫਰਮਾਨ ਨਾ ਕਿਸੇ ਤਰੀਕੇ ਦੇ ਵਿੱਚ ਉਹਨੂੰ ਟਾਈਮ ਦੇਣ, ਫੇਰ ਹੀ ਕਿਸਾਨ ਉਹਨੂੰ ਆਪਣਾ ਇਸ ਨੀਤੀ ਨੂੰ ਅਪਣਾ ਸਕਣਗੇ। ਜੀ ਜੀ ਕਮਲ ਸੋਈ ਜੀ, ਕਿਵੇਂ ਵੇਖਦੇ ਹੋ? ਜੰਗਵੀਰ ਜੀ ਵੱਲੋਂ ਇੱਕ ਸਵਾਲ ਰੱਖਿਆ ਗਿਆ ਹੈ ਕਿ ਅਸੀਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ 1500 ਰੁਪਇਆ ਜਾਰੀ ਕੀਤਾ ਹੈ ਸਿੱਧੀ ਬਿਜਾਈ ਨੂੰ, ਉਹ ਤਾਂ ਠੀਕ ਹੈ, ਵਧੀਆ ਸੋਚ ਹੈ, ਪਰੰਤੂ ਕਹਿੰਦੇ ਨੀਤੀਆਂ ਤੋਂ ਕਿਤੇ ਨਾ ਕਿਤੇ ਦੂਰੀ ਪੈ ਰਹੀ ਆ। ਨੀਤੀਆਂ ਦੇ ਨਾਲ ਤਾਂ ਜੇ ਦੂਰੀ ਦੀ ਗੱਲ ਕੀਤੀ ਜਾਵੇ, ਪਹਿਲਾਂ ਕਿਸਾਨ ਅੰਦੋਲਨ ਵੀ ਚੱਲਿਆ ਸੀ, ਉਸ ਕਾਰਨ ਵੀ ਹੋਇਆ ਸੀ। ਕਿਵੇਂ ਵੇਖਦੇ ਹੋ ਕਮਲ ਜੀ? ਸੌਰੀ, ਇੱਕ ਚੰਨੀ ਸਾਹਿਬ, ਇੱਕ ਮੇਰਾ ਪੁਆਇੰਟ ਰਹਿ ਗਿਆ ਜੀ, ਮੈਂ ਬਾਅਦ ਚ ਆਵਾਂਗਾ ਜੰਗਵੀਰ ਜੀ, ਦੁਬਾਰਾ ਆਵਾਂਗਾ ਜੀ। ਕਮਲ ਸੋਈ ਜੀ, ਕਮਲ ਸੋਈ ਜੀ, ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਕਮਲ ਸੋਈ ਜੀ, ਹਾਂਜੀ ਹਾਂਜੀ, ਦੇਖੋ ਜੰਗਵੀਰ ਚੌਹਾਨ ਉਹਨਾਂ ਨੇ ਨਾ ਬੜੇ ਤਫਸੀਲ ਦੇ ਨਾਲ ਗੱਲ ਕੀਤੀ ਆਪਣੀ, ਕਿਵੇਂ ਸਿੱਧੀ ਬਿਜਾਈ ਹੈ ਉਹ ਪੋਸੀਬਲ ਹੈ ਨਹੀਂ, ਤੇ ਨਾ ਹੋਗਾ ਨੋਮਨ ਤੇਲ ਤੇ ਨਾ ਰਾਧਾ ਨਾਚੇਗੀ। ਇਹਨਾਂ ਨੇ ਕਿਹਾ, ਮੁੱਖ ਮੰਤਰੀ ਸਾਹਿਬ ਨੇ ਤਕਰੀਬਨ 10-15 ਕਰੋੜ ਦੀ ਮਸ਼ਹੂਰੀ ਦੇਸ਼ ਦੀ ਵੱਡੇ ਵੱਡੇ ਇਸ਼ਤਿਹਾਰ ਅਖਬਾਰਾਂ ਚ ਲਾਤੇ, ਟੀਵੀ ਤੇ ਚਲਾਤੇ ਕਿ ਸਿੱਧੀ ਬਿਜਾਈ ਕਰੋ, ਤੇ ਕਿਸਾਨ ਵੀਰਾਂ ਨੂੰ ਕਹਿਤਾ ਕਿ PR 126 ਜਿਹੜੀ 123 ਦਿਨਾਂ 'ਚ ਤਿਆਰ ਹੋ ਜਾਂਦੀ ਹੈ, ਤੁਸੀਂ ਉਹ ਮਾਰਕੀਟ ਤੋਂ ਪ੍ਰੋਕਿਓਰ ਕਰੋ। ਤੇ PAU ਨੇ ਤਕਰੀਬਨ ਕੋਈ 5000 ਕਿਲੋ ਦੇ ਆਸ-ਪਾਸ ਜਿਹੜਾ ਇਹਦਾ ਬੀਜ ਤਿਆਰ ਕੀਤਾ ਸੀ, ਤੇ ਉਹ 35 ਰੁਪਏ ਕਿਲੋ ਇਹਨਾਂ ਨੇ ਵੇਚਿਆ ਸੀ, ਜਿਹੜਾ ਇਸ ਵਕਤ ਚੌਹਾਨ ਸਾਹਿਬ ਨੂੰ ਪਤਾ ਹੋਣਾ ਕਿ 300 ਰੁਪਏ ਤੋਂ ਵੀ ਵੱਧ ਕਿਲੋ ਉਹ ਵਿਕਣਦੇ ਆ। ਤੇ ਇਹਦਾ ਮਤਲਬ ਹੈ ਕਿ ਤੁਸੀਂ ਕਿਸਾਨਾਂ ਨੂੰ ਕੋਈ ਜਿਹੜਾ ਆਲਟਰਨੇਟਿਵ ਦਿੱਤਾ ਹੀ ਨਹੀਂ ਹੈ ਕਿ ਸਿੱਧੀ ਬਿਜਾਈ ਕਰਨਗੇ ਕਿੱਦਾਂ। ਜਿਹੜੀ ਪੂਸਾ 44 ਹੈ ਉਹ ਪੱਕਦੀ ਹੈ 160 ਦਿਨਾਂ 'ਚ, PR 26 ਪੱਕਦੀ 123 ਦਿਨਾਂ ਦੇ ਵਿੱਚ। ਤੇ ਇਹਦਾ ਮਤਲਬ ਹੈਗਾ ਕਿ ਤੁਸੀਂ ਐਵੇਂ ਭੰਬੜ ਪੂਸੇ 'ਚ ਪਾ ਰਹੇ ਹੋ, ਕਿਸਾਨਾਂ ਨੂੰ ਭੜਕਾ ਰਹੇ ਹੋ, ਵਰਗਲਾ ਰਹੇ ਹੋ, ਤੇ ਕੀਤਾ ਕਰਨਾ ਕਰਾਇਆ ਤੁਸੀਂ ਕੱਖ ਨਹੀਂ। ਅੱਜ ਤੁਸੀਂ ਇੱਕ ਗੋਂਗਲੋ ਤੋਂ ਮਿੱਟੀ ਹੋਰ ਝਾੜਦੇ ਜੇ ਤੁਸੀਂ ਅੱਜ ਇੱਕ ਪੋਰਟਲ ਕਰਤਾ, ਉਹ ਪੋਰਟਲ ਦੱਸੋ ਤਾਂ ਸਹੀ, ਪੋਰਟਲ 'ਚ ਆਊਗਾ ਕਿਹੜਾ? ਹੁਣ ਇਹਨਾਂ ਦੇ ਆਮ ਪਾਰਟੀ ਦੇ ਬੰਦੇ ਕਹਿ ਰਹੇ ਸੀਗੇ ਜੀ ਅਸੀਂ ਸਾਰੇ ਕਿਸਾਨਾਂ ਨੂੰ ਪੋਰਟਲ ਦੇ ਵਿੱਚ
ਉਹਨਾਂ ਨੂੰ ਉਹਨਾਂ ਦੀ ਮੈਪਿੰਗ ਕਰ ਲਾਂਗੇ। ਉਹ ਕਿੱਦਾਂ ਮੈਪਿੰਗ ਕਰਾਂਗੇ? 5000 ਕਿਲੋ ਬੀਜ ਨਾਲ ਕਿੰਨੇ ਏਕੜ ਬਜਾਈ ਹੁੰਦੀ ਪੁੱਛ ਲਓ ਜਿਹੜਾ ਇਹਨਾਂ ਨੂੰ। 5000 ਟਨ ਦੇ ਬੀਜ ਦਾ ਕਿੰਨੀ ਏਕੜ ਬਜਾਈ ਹੁੰਦੀ ਪੁੱਛੋ ਤੁਸੀਂ ਇਹਨਾਂ ਨੂੰ ਜਰਾ। ਇਸ ਕਰਕੇ ਆ ਸਾਰੀਆਂ ਸਿਰਫ ਲੋਕਾਂ ਨੂੰ ਧਿਆਨ ਭਟਕਾਉਣ ਵਾਲੀਆਂ ਜਿਹੜੀਆਂ ਗੱਲਾਂ ਨੇ। ਦੂਜੇ ਪਾਸੇ ਜਿਹੜੀ ਆ ਕਹਿੰਦੇ ਨੇ ਜਿਹੜੀ ਮੂੰਗੀ ਦੀ MSP ਦੇਣਾ ਹੈਗਾ, ਉਹ ਕੇਂਦਰ ਸਰਕਾਰ ਨੇ ਮੰਨਿਆ ਹੈਗਾ। ਉਹ ਵੀ ਇੱਕ ਜੇ ਮੂੰਗੀ ਹੁੰਦੀ ਹੈ 100 ਤੇ ਸਿਰਫ 10% ਮੂੰਗੀ ਦੇ ਉੱਪਰ MSP ਮਿਲਣਾ ਹੈਗਾ। ਇਸ ਕਰਕੇ ਲੋਕਾਂ ਨੂੰ ਤੁਸੀਂ ਮਿਸਗਾਈਡ ਨਾ ਕਰੋ, ਇਹ ਲੋਕਾਂ ਨੂੰ ਸੱਚਾਈ ਦੱਸੋ ਤਾਂ ਕਿ ਲੋਕੀ ਜਿਹੜੇ ਨੇ ਤੁਹਾਡੀਆਂ ਇਦਾਂ ਦੀਆਂ ਚਿਕਨੀਆਂ ਚੂਪੜੀਆਂ ਗੱਲਾਂ 'ਚ ਨਾ ਆ ਕੇ ਤੇ ਉਹ ਲੋਕੀ ਖਰਾਬ ਨਾ ਹੋਣ। ਤੁਸੀਂ ਇਹੋ ਚਿਕਨੀਆਂ ਚੁਪੜੀਆਂ ਗੱਲਾਂ ਕੀਤੀਆਂ ਸੀਗੀਆਂ ਕਿ ਅਸੀਂ ਕਰਪਸ਼ਨ ਫ੍ਰੀ ਪਾਰਟੀ ਆ। ਕੇਜਰੀਵਾਲ ਸਾਹਿਬ ਨੇ ਆਪਣੇ ਪੋਲੀਟੀਕਲ ਟੂਰਿਜ਼ਮ 'ਚ ਚਾਹੇ ਗੁਜਰਾਤ ਗਏ ਹੋਣ, ਚਾਹੇ ਹਿਮਾਚਲ ਗਏ ਹੋਣ, ਕਹਿੰਦੇ ਜੀ 15 ਦਿਨਾਂ ਦੇ ਵਿੱਚ ਭਗਵੰਤ ਮਾਨ ਨੇ ਕਰਪਸ਼ਨ ਖਤਮ ਕਰਤੀ। ਉਹ ਕਰਪਸ਼ਨ ਤੇ ਤੁਹਾਡੇ ਹੱਡਾਂ 'ਚ ਵੜੀ ਹੋਈ ਸੀਗੀ। 5 ਤੁਹਾਡੇ ਮੰਤਰੀ ਇਸ ਵਕਤ ਬਿਲਕੁਲ ਲੋਕਾਂ ਦੀ ਪਬਲਿਕ ਆਈਜ਼ ਦੇ ਵਿੱਚ ਸ਼ਰੇਆਮ ਖਬਰਾਂ ਕਹਿ ਰਹੀਆਂ ਅੱਜ ਕੀ ਉਹ ਲਿਪਤ ਹੈਗੇ ਨੇ ਕਰਪਸ਼ਨ ਦੇ ਵਿੱਚ। ਕਿੰਨੇ ਸਾਰੇ MLA ਲਿਪਤ ਹੈਗੇ ਨੇ। ਕੋਈ ਸਰਪੰਚ ਫੜਿਆ ਜਾ ਰਿਹਾ ਚਿੱਟੇ ਦੇ ਨਾਲ, ਕੋਈ ਕਿਤੇ CBI ਦੀ ਰੇਡ ਚੱਲ ਰਹੀ ਕਿਸੇ MLA ਦੇ ਕੋਲ, ਕੋਈ MLA 3 ਸਾਲ ਲਈ ਸਜ਼ਾ ਯਾਫਤਾ ਹੋ ਰਿਹਾ। ਇਸ ਕਰਕੇ ਆ ਸਾਰੀਆਂ ਗੱਲਾਂ ਜਿਹੜੀਆਂ ਨੇ ਚੰਨੀ ਜੀ ਬੜੀਆਂ ਹੀ ਦੁਖਦਾਈ ਨੇ। ਤੇ ਇਹਨਾਂ ਦਾ ਜਿਹੜਾ ਉਹ ਹਨੀਮੂਨ ਪੀਰੀਅਡ ਸੀਗਾ ਉਹ ਬੜੀ ਜਲਦੀ ਖਤਮ ਹੋ ਕੇ ਲੋਕਾਂ ਦੇ ਸਾਹਮਣੇ ਆ ਗਿਆ। ਤੇ ਹੁਣ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਿੰਨਾ ਕੁ ਇਹਨਾਂ ਦਾ ਜਿਹੜਾ ਇਮਾਨਦਾਰੀ ਦਾ ਢੋਂਗ ਜਿਹੜਾ ਇਹਨਾਂ ਨੇ ਰਚਿਆ ਸੀਗਾ, ਲੋਕ ਪੱਕੀ ਹੋਣ ਦਾ ਜਿਹੜਾ ਢੋਂਗ ਰਚਿਆ ਸੀਗਾ, ਉਹ ਐਕਸਪੋਜ਼ ਹੋ ਚੁੱਕਾ ਹੈ। ਦਿਨੋਂ ਦਿਨ ਐਵਰੀ ਡੇ ਇਟ ਵਿਲ ਬੀ ਐਕਸਪੋਜ਼ ਫਰਦਰ। ਜੀ ਪ੍ਰਭਜੋਤ ਧਾਲੀਵਾਲ ਜੀ, ਤੁਹਾਡਾ ਪੱਖ ਜਾਣਨਾ ਚਾਹਾਂਗਾ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਜੋ ਇਹ ਫੈਸਲਾ ਲਿਆ ਗਿਆ, ਕਿਸਾਨ ਆਗੂਆਂ ਵੱਲੋਂ ਇਸ ਦੀ ਸ਼ਲਾਘਾ ਜ਼ਰੂਰ ਕੀਤੀ ਗਈ ਹੈ। ਤੁਸੀਂ ਵੀ ਸੱਤਾ ਦੇ ਵਿੱਚ ਰਹੇ ਹੋ, ਅਕਾਲੀ BJP ਦੇ ਨਾਲ ਭਾਈਵਾਲ ਸੀ, ਤੁਸੀਂ 10 ਸਾਲ ਲਗਾਤਾਰ ਰਾਜ ਕੀਤਾ। ਉਦੋਂ ਤੱਕ ਇਦਾਂ ਦੇ ਫੈਸਲੇ ਕਿਉਂ ਨਹੀਂ ਲਏ ਗਏ? ਅੱਜ ਦੇ ਫੈਸਲੇ ਨੂੰ ਕਿਵੇਂ ਵੇਖਦੇ ਹੋ? ਜਿਹੜੇ ਤੁਸੀਂ ਆਮ ਆਦਮੀ ਪਾਰਟੀ ਵਾਲੇ ਵੀਰ ਨੇ ਕਿਹਾ ਵੀ 1500 ਰੁਪਇਆ ਅਸੀਂ ਐਲਾਨ ਕੀਤਾ, ਵੀ ਪਿਛਲੀਆਂ ਸਰਕਾਰਾਂ ਨੇ 25 ਸਾਲ ਤੋਂ ਕਿਸੇ ਸਰਕਾਰਾਂ ਨੇ ਕਿਸਾਨਾਂ ਵਾਸਤੇ ਕੁਝ ਨਹੀਂ ਕੀਤਾ। ਮੈਂ ਇਹਨਾਂ ਨੂੰ ਦੱਸਣਾ ਚਾਹੂੰਗਾ ਵੀ ਜੇ ਮੋਟਰਾਂ ਦੇ ਬਿੱਲ ਮਾਫ ਹੋਇਆ ਤਾਂ ਸਾਡੀ ਸਰਕਾਰ, ਅਕਾਲੀ ਸਰਕਾਰ ਦੇ ਵਿੱਚ ਹੋਇਆ। 66,000 ਕਰੋੜ ਰੁਪਏ ਦਾ ਹਰੇਕ ਸਾਲ ਦੇ ਬਿੱਲ ਹੁੰਦੇ ਜੋ ਪੰਜਾਬ ਸਰਕਾਰ ਕਿਸਾਨਾਂ ਨੂੰ ਫ੍ਰੀ ਆਪਦੇ ਕੋਲੋਂ ਭਰ ਦੇ ਰਹੀ ਹੈ। ਸੋ ਤੁਸੀਂ ਜੇ ਕੁਝ ਕੀਤਾ, ਇਨੀਸ਼ੀਏਟਿਵ ਲਿਆ, ਠੀਕ ਆ, ਚੰਗੀ ਗੱਲ ਆ, ਪਰ ਤੁਸੀਂ ਇਹ ਨਾ ਕਹੋ ਵੀ ਪਿਛਲੇ ਨੇ ਕੁਝ ਕੀਤਾ ਹੀ ਨਹੀਂਗਾ। ਮੇਰੇ ਤੋਂ ਪਹਿਲਾਂ ਸਾਡੇ ਕਿਸਾਨ ਆਗੂ ਜੰਗਵੀਰ ਚੌਹਾਨ ਜੀ ਨੇ ਤੇ ਕਮਲ ਸੋਹੀ ਵੀਰ ਨੇ ਵੀ ਚੰਗੀ ਤਰ੍ਹਾਂ ਦੱਸਿਆ ਵੀ ਜਿਹੜੇ ਬੀਜ ਚਾਹੀਦੇ ਸੀ ਉਹ ਬੀਜ ਅਵੇਲੇਬਲ ਨਹੀਂ ਹੋਏ ਤੇ ਟਾਈਮਿੰਗ ਦੀ ਬੜੀ ਵੱਡੀ ਪ੍ਰੋਬਲਮ ਰਹੀ। ਟਾਈਮਿੰਗ ਪਿੱਛੇ ਕਿਸਾਨ ਆਗੂ ਹਰੇਕ ਗੱਲ ਕਰਦੇ ਵੀ ਰਹੇ ਤੇ ਧਰਨੇ ਵੀ ਦਿੰਦੇ ਰਹੇ ਵੀ ਟਾਈਮਿੰਗ ਸਾਨੂੰ ਸੂਟ ਨਹੀਂ ਕਰਦੀ। ਪਰ ਇਹਨਾਂ ਨੇ ਇੱਕ ਨਾਦਰਸ਼ਾਹੀ ਫਰਮਾਨ ਜਾਰੀ ਕਰਤਾ ਜਿਹਦੇ ਖਿਲਾਫ ਚਲੋ ਕਿਸਾਨ ਯੂਨੀਅਨ ਚੰਡੀਗੜ੍ਹ ਵੀ ਗਏ ਤੇ ਉਹਦੇ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਸਹਿਮਤ ਹੋਣਾ ਪਿਆ। ਦੂਜੀ ਗੱਲ, 1500 ਰੁਪਇਆ ਅੱਜ ਇਹਨਾਂ ਨੇ ਜਾਰੀ ਕੀਤਾ। ਸਾਡੇ ਨਾਲ ਲੱਗਦਾ ਸੂਬਾ ਹਰਿਆਣਾ, ਉੱਥੇ 4500 ਜਾਰੀ ਕੀਤਾ। 4500 ਚ ਵੀ ਕਿਸਾਨਾਂ ਨੂੰ ਕੁਝ ਨਹੀਂ ਬਣ ਰਿਹਾ ਕਿਉਂਕਿ 2 ਵਾਰੀ ਜਦੋਂ ਆਪਾਂ ਖੇਤ ਵਾਹੁੰਦੇ ਆ, ਟਰੈਕਟਰ ਦੇ ਤੇਲ ਦਾ ਖਰਚਾ, ਲੇਜ਼ਰ ਕਰਾ ਲਾਉਣਾ ਪੈਂਦਾ। ਉਸ ਤੋਂ ਬਾਅਦ ਉਹਦੇ ਤੇ ਜਿਹੜੀਆਂ ਦਵਾਈਆਂ ਜ਼ਿਆਦਾ ਲੱਗਦੀਆਂ ਨੇ ਉਹ ਬਹੁਤ ਜ਼ਿਆਦਾ ਮਹਿੰਗੀਆਂ ਨੇ। ਜਾਂ ਤਾਂ ਇਹੋ ਜਿਹੀਆਂ ਚੀਜ਼ਾਂ ਵੀ ਇਹ ਸਸਤੀਆਂ ਅਵੇਲੇਬਲ ਕਰਾਉਂਦੇ। ਦੇਖੋ, ਮੁੱਦਾ ਬਹੁਤ ਜ਼ਰੂਰੀ ਆ, ਅਹਿਮ ਆ। ਪੰਜਾਬ ਦੇ ਪਾਣੀਆਂ ਦਾ ਮੁੱਦਾ, ਪੰਜਾਬ ਦੀ ਆਉਣ ਵਾਲੀ ਨਸਲਾਂ ਵਾਸਤੇ ਜੋ ਪਾਣੀ ਦੇ ਬਚਾਅ ਕਰਨ ਵਾਸਤੇ ਅਹਿਮ ਮੁੱਦਾ ਕਿਤੇ ਨਾ ਕਿਤੇ ਕਿਸਾਨਾਂ ਨੂੰ ਜਾਂ ਆਪਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੰਪਰੋਮਾਈਜ਼ ਕਰਨਾ ਪੈਣਾ, ਕੁਛ ਨਾ ਕੁਛ ਇਹ ਕਰਨਾ ਪੈਣਾ ਜਿਹਦੇ ਨਾਲ ਆਪਾਂ ਪੰਜਾਬ ਦਾ ਪਾਣੀ ਬਚਾ ਸਕੀਏ। ਪਰ ਗੱਲ ਇਹ ਹੈ ਵੀ ਕੰਪਰੋਮਾਈਜ਼ ਹਮੇਸ਼ਾ ਕਿਸਾਨ ਕਿਉਂ ਕਰੇ ਜੋ ਹਮੇਸ਼ਾ ਹੀ ਕਦੇ ਮੰਡੀਆਂ 'ਚ ਰੋਲ ਰਿਹਾ, ਕਦੇ ਸੜਕਾਂ 'ਚ ਰੋਲ ਰਿਹਾ। ਹਮੇਸ਼ਾ ਕੰਪਰੋਮਾਈਜ਼ ਉਹੀ ਕਰਨ। ਵੱਡੇ ਵੱਡੇ ਘਰਾਣੇ ਨੂੰ ਸਰਕਾਰਾਂ, ਭਾਵੇਂ ਉਹ ਪੰਜਾਬ ਦੀ ਹੋਵੇ ਭਾਵੇਂ ਕੋਈ ਵੀ ਸੈਂਟਰ ਦੀ ਸਰਕਾਰ ਹੋਵੇ, ਵੱਡਿਆਂ ਘਰਾਣਿਆਂ ਨੂੰ ਹਮੇਸ਼ਾ ਸੁੱਖ ਸੁਵਿਧਾਵਾਂ ਜਾਂ ਚੀਜ਼ਾਂ ਵੱਧ ਮਿਲਦੀਆਂ ਜਾਂ ਵੱਡੇ ਵੱਡੇ ਲੋਨ ਮਿਲ ਜਾਂਦੇ ਆ। ਪਰ ਕਿਸਾਨਾਂ ਵਾਸਤੇ ਹਮੇਸ਼ਾ ਹੀ ਸਰਕਾਰਾਂ ਦੇ ਖਜ਼ਾਨੇ ਖਾਲੀ ਰਹਿੰਦੇ ਆ। ਮੈਂ ਮੇਰੇ BJP ਵਾਲੇ ਵੀਰ ਕਮਲ ਸੋਹੀ ਵੀਰ ਨੂੰ ਵੀ ਬੇਨਤੀ ਕਰੂੰਗਾ ਵੀ ਜਰੂਰ ਤੁਸੀਂ BJP ਸੈਂਟਰ 'ਚ ਬੈਠੇ ਹੋ, ਪੰਜਾਬ ਦੇ ਕਿਸਾਨਾਂ ਵਾਸਤੇ ਕੁਛ ਨਾ ਕੁਛ ਚਲੋ ਅੱਗੇ ਵੀ ਕਰਦੇ ਰਹੇ ਆ, ਪਰ ਜਰੂਰ ਇਹ ਆਵਾਜ਼ ਉਠਾਓ ਕਿਉਂਕਿ ਇਹ ਪਾਣੀ ਵਾਲਾ ਮੁੱਦਾ ਜਿਸ ਹਿਸਾਬ ਨਾਲ ਕਈ ਜ਼ਿਲ੍ਹਿਆਂ ਦਾ ਬਿਲਕੁਲ ਹੀ ਰੈੱਡ ਜ਼ੋਨ ਆ ਗਿਆ ਵੀ ਪਾਣੀ ਹੈ ਹੀ ਨਹੀਂਗਾ, ਵੀ ਸ਼ਾਇਦ 5-7 ਸਾਲਾਂ 10 ਸਾਲਾਂ 'ਚ ਹੀ ਪਾਣੀ ਮੁੱਕ ਜਾਣਾ। ਪਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਵੀਰ ਨੂੰ ਇੱਕ ਬ੍ਰਾਂਡਿੰਗ ਸਿਰਫ ਕਰਨੀ ਜਾਂ ਮੀਡੀਆ 'ਚ ਫੋਟੋ ਲਵਾਉਣੀਆਂ ਜਾਂ ਇਸ਼ਤਿਹਾਰ ਲਾਉਣੇ, ਇਹਨਾਂ ਤੋਂ ਪਾਸੇ ਹੋ ਕੇ ਕੰਮ ਕਰੋ ਕਿਉਂਕਿ ਲੋਕਾਂ ਨੂੰ ਜੋ ਤੁਸੀਂ ਵਾਅਦੇ ਕੀਤੇ ਸੀ ਨਾ ਉਹ ਲੋਕਾਂ ਨੂੰ ਵਾਅਦੇ ਯਾਦ ਆ। ਤੁਸੀਂ ਸਿਰਫ ਧਿਆਨ ਭਟਕਾਉਣ ਵਾਸਤੇ ਵੀ ਗੱਲ ਤਾਂ ਲੋਕ ਕਹਿੰਦੇ ਵੀ 1000 ਰੁਪਏ ਕਿੱਥੇ ਆ, ਲੋਕ ਇਹ ਕਹਿੰਦੇ ਆ ਵੀ ਸਾਡੀ ਇਹ ਬਿਜਲੀ ਫ੍ਰੀ ਕਿੱਥੇ ਆ। ਤੁਸੀਂ ਕਹਿੰਦੇ ਦੇਖੋ ਜੀ ਮੰਤਰੀ ਟੰਗਤਾ, ਦੇਖੋ ਜੀ ਅਸੀਂ ਪੁਰਾਣੇ ਤੁਸੀਂ ਐ ਕਰਦੇ ਹੁੰਦੇ ਸੀ ਉਹਨਾਂ ਦੀ ਕੋਠੀ ਖਾਲੀ ਕਰਾਤੀ। ਇਹਨਾਂ ਗੱਲਾਂ ਨਾਲ ਕਿਸਾਨਾਂ ਦਾ ਢਿੱਡ ਨਹੀਂ ਭਰਨਾ। ਕਿੰਨੇ ਦਿਨ ਚੱਲਣਗੀਆਂ? 10 ਦਿਨ 20 ਦਿਨ।
ਤੁਸੀਂ 2 ਮਹੀਨੇ ਕੱਢਦੇ। ਦੇਖੋ 20 ਦਿਨ ਬਾਅਦ ਕੇਜਰੀਵਾਲ ਸਾਹਿਬ ਨੇ ਹਿਮਾਚਲ 'ਚ ਇੱਕ ਸਟੇਟਮੈਂਟ ਦਿੱਤੀ ਸੀ, ਪੰਜਾਬ ਕਰਪਸ਼ਨ ਫ੍ਰੀ ਹੋ ਗਿਆ ਜੀ। ਤੁਸੀਂ ਸਾਰਿਆਂ ਨੇ ਸੁਣੀ ਹੋਏਗੀ, ਸਾਰੇ ਦੇਸ਼ ਨੂੰ ਵਧਾਈ ਦਿੱਤੀ, ਭਗਵੰਤ ਸਿੰਘ ਮਾਨ ਨੂੰ ਵਧਾਈ, ਬਾਅਦ ਉਹਨਾਂ ਦਾ ਮੰਤਰੀ ਕਰਪਸ਼ਨ ਕਰਦਾ ਫੜਿਆ ਜਾ ਰਿਹਾ। ਸੋ ਇਹ ਸਟੇਟਮੈਂਟਸ ਇੱਕ ਦੂਜੇ ਨੂੰ ਵਾਈਸ ਵਰਸਾ ਬਿਲਕੁਲ ਗਲਤ ਆਪਦੇ ਆਪ ਨੂੰ ਸਿੱਧ ਕਰ ਰਹੇ ਆ। ਪਰ ਗੱਲ ਇਹ ਵੀ ਹੈ ਧਾਲੀਵਾਲ ਸਾਹਿਬ, ਗੱਲ ਇਹ ਵੀ ਹੈ ਜੇ ਕਰਪਸ਼ਨ ਕੀਤੀ ਹੈ, ਅਜੇ ਤੱਕ ਤਾਂ ਕਰਪਸ਼ਨ ਉਹਦੇ ਨੌਹਾਂ ਤੱਕ ਨਹੀਂ ਪਹੁੰਚੀ ਸੀ, ਉਦੋਂ ਤੱਕ ਹੀ ਭਗਵੰਤ ਸਰਕਾਰ ਨੇ ਪਹਿਲੀ ਵਾਰ ਹੋਇਆ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ ਕੋਈ ਮੰਤਰੀ, ਆਪਣਾ ਹੀ ਮੰਤਰੀ, ਹਾਲਾਂਕਿ ਉਸਦਾ ਇਹ ਮੁੱਦਾ ਨਾ ਤਾਂ ਮੀਡੀਆ ਨੂੰ ਪਤਾ ਸੀ ਤੇ ਨਾ ਹੀ ਕਿਸੇ ਲੋਕਲ ਬੋਡੀ ਤੇ ਨਾ ਹੀ ਓਪੋਜੀਸ਼ਨ ਨੂੰ, ਤੇ ਉਹ ਚਰਨਜੀਤ ਸਿੰਘ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣੋ ਵੀ 92 MLA ਇਹਨਾਂ ਦੇ ਬਣੇ, ਠੀਕ ਹੈ ਜੀ। 92 ਵਿੱਚੋਂ ਮੋਸਟ ਜਿਹੜੇ ਰਿਲਾਇਬਲ ਬੰਦੇ ਇਹਨਾਂ ਨੇ 9 ਮੰਤਰੀ ਬਣਾਏ, ਤੇ 9ਵਾਂ ਦੇ ਵਿੱਚੋਂ ਇੱਕ ਬੰਦਾ ਤੁਸੀਂ ਦੇਖੋ ਵੀ ਇਹਨਾਂ ਨੇ ਆਪਦੀ ਟੀਮ ਦੇ ਵਿੱਚ ਜਿਹੜੇ ਪਹਿਲੇ ਫਸਟ 9 ਬੰਦੇ ਉਹਨਾਂ ਚੋਂ ਕਰਪਸ਼ਨ ਕਰੀ ਜਾਂਦੇ, ਤੇ ਬਾਕੀਆਂ ਦਾ ਕੀ ਹਾਲ ਹੋਏਗਾ। ਫਿਰ ਦੂਜੀ ਗੱਲ ਇਹ ਕਹਿੰਦੇ ਵੀ ਕਿਸੇ ਨੂੰ ਪਤਾ ਨਹੀਂ ਸੀਗਾ, ਇਹ ਕਿਹਨੇ ਕਿਹਾ? ਇਹ ਗੱਲ ਤਾਂ ਸਿਰਫ ਭਗਵੰਤ ਮਾਨ ਸਾਹਿਬ ਨੇ ਕਹੀ ਹੈ, ਤੇ ਆਪਾਂ ਸਾਰੇ ਰੱਟ ਰਹੇ ਆ ਵੀ ਕਿਸੇ ਨੂੰ ਪਤਾ ਨਹੀਂ ਸੀਗਾ। ਕੀ ਪਤਾ ਉਹਦੀ ਰਿਕਾਰਡਿੰਗ ਕਿਹਦੇ ਕੋਲ ਹੋਵੇ, ਆਉਣ ਵਾਲੇ ਸਮੇਂ 'ਚ ਕਿਹੜੇ ਖੁਲਾਸੇ ਹੋਣੇ ਹੋਣ, ਕੀ ਪਤਾ ਉਹਦੇ ਵਿੱਚ ਕੌਣ ਇਨਵੋਲਵ ਹੋਵੇ। ਸੋ ਇਹ ਸਿਰਫ ਉਹਨਾਂ ਨੇ ਕਹਿਤਾ ਤੇ ਆਪਾਂ ਸੁਣ ਲਿਆ। ਇਹ ਪ੍ਰਚਾਰ ਬਿਲਕੁਲ ਗਲਤ ਆ, ਰਿਕਾਰਡਿੰਗ ਕਈ ਬੰਦਿਆਂ ਕੋਲੇ ਸੀ ਉਹਦੀ, ਤੇ ਆਉਣ ਵਾਲੇ ਸਮੇਂ 'ਚ ਲੀਕ ਵੀ ਹੋਣੀ ਆ। ਇਸ ਕਰਕੇ ਸਿਰਫ ਤੇ ਸਿਰਫ ਆਪਦਾ ਤੋੜਾ ਝਾੜਨ ਵਾਸਤੇ, ਆਪਦੀ ਡੈਮੇਜ ਕੰਟਰੋਲ ਵਾਸਤੇ ਉਹਨਾਂ ਨੇ ਇਹ ਕੰਮ ਕੀਤਾ। ਤੇ ਆਉਣ ਵਾਲੇ ਸਮੇਂ ਜਦੋਂ ਜ਼ਮਾਨਤ ਤੇ ਬਾਹਰ ਆਉਣਗੇ ਮੰਤਰੀ ਸਾਹਿਬ, ਉਹ ਵੀ ਵੱਡੇ ਖੁਲਾਸੇ ਕਰਨਗੇ, ਕਿਉਂਕਿ ਜਾਂਦੇ ਹੋਏ ਕਹਿ ਕੇ ਗਏ ਆ ਵੀ ਮੈਂ ਸਿਆਸਤ ਦਾ ਸ਼ਿਕਾਰ ਹੋਇਆ, ਤੇ ਮੈਂ ਆ ਕੇ ਉਹ ਦੱਸਣਗੇ ਵੀ ਉਹਨਾਂ ਨਾਲ ਕੀ ਹੋਇਆ, ਕੀ ਗੱਲਬਾਤ ਹੋਈ ਆ। ਸੋ ਇਹ ਮੈਂ ਤਾਂ ਬਾਰ-ਬਾਰ ਇਹ ਕਹੂੰਗਾ ਵੀ ਧਿਆਨ ਭਟਕਾਉਣ ਵਾਲੀ ਗੱਲਾਂ ਨੇ। ਇਹਨਾਂ ਗੱਲਾਂ ਦੇ ਪਿੱਛੇ ਬਹੁਤ ਕੁਛ ਆ, ਜੋ ਪੰਜਾਬ ਦੇ ਲੋਕਾਂ ਨੂੰ ਵਾਅਦੇ ਕੀਤੇ, ਉਹ ਵਾਅਦਿਆਂ ਵੱਲ ਧਿਆਨ ਦੇਣ ਤੇ ਜ਼ਿਆਦਾ ਚੰਗਾ ਹੋਵੇਗਾ। ਜੀ ਪ੍ਰਦੀਪ ਮਾਨ ਜੀ, ਤੁਹਾਡੇ ਪੱਖ ਜਾਣਨਾ ਚਾਹਾਂਗਾ। ਹਾਲਾਂਕਿ ਪਿਛਲੀ ਸਰਕਾਰ ਸੀ, ਜਦੋਂ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ, ਇਹ ਵਾਅਦਾ ਤੇ ਦਾਅਵਾ ਕਰਕੇ ਆਉਂਦੀ ਹੈ ਕਿ ਸਾਰੇ ਕਿਸਾਨਾਂ ਦਾ ਅਸੀਂ ਕਰਜ਼ ਮਾਫ ਕਰਾਂਗੇ, ਹਾਲਾਂਕਿ ਉਹ ਕਰਜ਼ ਮਾਫ ਨਹੀਂ ਹੋਇਆ, ਜਿਸ ਤੋਂ ਬਾਅਦ ਕਾਂਗਰਸ ਨੂੰ ਉਸਦਾ ਜੋ ਭੁਗਤਾਨ ਸੀ ਉਹ ਵੀ ਕਰਨਾ ਪਿਆ। ਹਾਰੇ ਹੋ, ਬਹੁਤ ਬੁਰੀ ਤਰ੍ਹਾਂ ਦੇ ਨਾਲ ਹਾਰੇ ਹੋ। ਐਮਰਜੈਂਸੀ ਤੋਂ ਬਾਅਦ ਮਹਿਜ 18 ਸੀਟਾਂ ਤੇ ਰਹਿ ਗਏ ਹੋ, ਤੇ ਅੱਜ ਆਮ ਆਦਮੀ ਪਾਰਟੀ ਵੱਲੋਂ ਜੋ ਫੈਸਲਾ ਲਿਆ ਗਿਆ 1500 ਰੁਪਏ ਦਾ ਜੋ ਕਿਸਾਨਾਂ ਨੂੰ ਦੇਣਾ ਹੈ ਮੁਆਵਜ਼ੇ ਦੇ ਤੌਰ ਤੇ, ਉਸਦਾ ਪੋਰਟਲ ਵੀ ਜਾਰੀ ਕਰ ਦਿੱਤਾ ਗਿਆ, ਕਿਵੇਂ ਵੇਖਦੇ ਹੋ? ਚਰਨਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਧਾਲੀਵਾਲ ਸਾਹਿਬ ਦੇ ਚੌਹਾਨ ਸਾਹਿਬ ਦੀ ਗੱਲ ਸਹਿਮਤ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦਾ ਉਹਨਾਂ ਵੀ ਸਾਰਾ ਕ੍ਰੈਡਿਟ ਹੈ ਨਾ ਜਿਹੜਾ ਆਪਣੀ ਪਾਰਟੀ ਦੇ ਨਾਲ, ਉਹ ਤੁਸੀਂ ਸੁਣਦੀ ਪਾਰਟੀ 2014 ਦੇ ਵਿੱਚ ਆਈ ਹੈ, ਤੇ ਕਿਸਾਨ ਹੈ ਜਿਹੜਾ 100 ਸਾਲਾਂ ਤੋਂ ਖੇਤੀ ਕਰਦਾ ਆ ਰਿਹਾ ਹੈ, ਕਿਸਾਨ ਗੱਡਿਆਂ ਤੋਂ ਬਲਦਾਂ ਤੋਂ ਅੱਜ ਟਰੈਕਟਰ ਤੱਕ ਪਹੁੰਚਿਆ ਹੈ, ਤਾਂ ਕਿਸਾਨ ਦੀ ਆਪਣੀ ਮਿਹਨਤ ਹੈ, ਤੇ ਸਰਕਾਰਾਂ ਨੇ ਸਮੇਂ-ਸਮੇਂ ਤੇ ਉਹਨਾਂ ਦੀ ਮਦਦ ਕੀਤੀ ਹੈ। ਰਹੀ ਗੱਲ ਕਾਂਗਰਸ ਪਾਰਟੀ ਦੀ, ਤੁਸੀਂ ਕਿਹਾ ਕਿ ਕਾਂਗਰਸ ਪਾਰਟੀ ਨੇ ਕਿਸਾਨ ਦਾ ਜਿਹੜਾ ਕਰਜ਼ ਮਾਫ ਕਰਨ ਦਾ ਵਾਅਦਾ ਕੀਤਾ ਸੀ। ਹਾਂਜੀ, ਅਸੀਂ ਕਿਸਾਨੀ ਦਾ ਵਾਅਦਾ ਕੀਤਾ ਸੀ, ਕਰਜ਼ ਮਾਫ ਕਰਨ ਦਾ ਅਸੀਂ ਇੱਕ ਸਟੈਪ ਲਿਆ ਸੀ, ਅਸੀਂ ਉਹਦੇ ਤੇ ਵੀ ਉਤਰੇ ਆ। 4600 ਕਰੋੜ ਰੁਪਇਆ ਚਰਨਜੀਤ ਸੀ 5,90,000 ਕਿਸਾਨ ਦਾ 2-2 ਲੱਖ ਰੁਪਏ ਜਿਹੜੇ 5 ਏਕੜ ਵਾਲੇ ਦਾ ਮਾਫ ਕੀਤਾ। 1800 ਕਰੋੜ ਰੁਪਇਆ ਫਿਰ ਅਸੀਂ ਕਿਸਾਨਾਂ ਦਾ ਮਾਫ ਕੀਤਾ ਸੀ। ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸ ਦੇਣਾ ਚਾਹੁੰਦਾ ਆ ਚਰਨਜੀਤ ਜੀ, ਸਰਦਾਰ ਮਨਮੋਹਨ ਸਿੰਘ ਜੀ ਇੱਕ ਇਹੋ ਜਿਹੇ ਪਹਿਲੇ ਪ੍ਰਧਾਨ ਮੰਤਰੀ ਸੀ ਜਿਨ੍ਹਾਂ ਨੇ ਪੂਰੇ ਦੇਸ਼ ਦੇ ਵਿੱਚ 72,000 ਕਰੋੜ ਰੁਪਇਆ ਕਿਸਾਨਾਂ ਦਾ ਮਾਫ ਕੀਤਾ ਸੀ, ਜਦੋਂ ਸੈਂਟਰ ਦੇ ਵਿੱਚ ਸਾਡੀ ਸਰਕਾਰ ਸੀ। ਜਿਹੜੀ ਆਪਾਂ ਇਹ ਗੱਲ ਕਰਦੇ ਆ, ਜਿਹੜਾ ਆਪਾਂ ਕਹਿੰਦੇ ਆ ਵੀ ਡਾਇਰੈਕਟ ਸੀਡਿੰਗ ਆਫ ਰਾਈਸ ਦਾ ਜਿਹੜਾ ਪੋਰਟਲ ਅੱਜ ਜਾਰੀ ਕੀਤਾ ਆਮ ਆਦਮੀ ਪਾਰਟੀ ਨੇ, ਤਾਂ ਚਰਨਜੀਤ ਜੀ ਇਹ ਜਿਹੜੀ ਲਗਾਤਾਰ 1 ਮਹੀਨੇ ਤੋਂ ਮੈਂ ਖੁਦ ਪਾਰਟਿਸਿਪੇਟ ਕਰ ਚੁੱਕਿਆ, ਸਾਰੇ ਜਿੰਨੇ ਵੀ ਮੇਰੇ ਪੈਨਲਿਸਟ ਬੈਠੇ ਨੇ ਸਾਰੇ ਡੇਲੀ ਅਸੀਂ ਪਾਰਟਿਸਿਪੇਟ 1 ਮਹੀਨੇ ਤੋਂ ਇਹੀ ਚੱਲ ਰਹੀ ਹੈ। ਗੱਲ ਉੱਥੇ ਦੀ ਉੱਥੇ ਖੜੀ ਆ, ਗੱਲ ਉਹੀ ਕਿਸਾਨਾਂ ਨੇ ਮੋਹਾਲੀ ਜਾ ਕੇ ਵੀ ਘਰਾਵ ਕਰ ਲਿਆ ਬਾਰਡਰ ਦਾ, ਕਿਸਾਨ ਆਗੂ ਉਹਨਾਂ ਨੂੰ ਮਿਲ ਵੀ ਲਏ। ਇਹ ਪਹਿਲੇ ਦਿਨ ਤੋਂ ਹੀ 1500 ਰੁਪਏ ਦੇਣ ਦੀ ਗੱਲ ਕਰ ਰਹੇ ਸੀ, ਕਿਸਾਨ ਆਗੂ ਆਪਣੀ ਗੱਲ ਕਰ ਰਹੇ ਨੇ ਕਿ 1500 ਰੁਪਏ ਨਾਲ ਕਿਸਾਨ ਦਾ ਜਿਹੜਾ ਹੈ ਸਿੱਧੀ ਬਿਜਾਈ ਦਾ ਖਰਚ ਪੂਰਾ ਨਹੀਂ ਹੋਣਾ। ਠੀਕ ਹੈ, ਬਿਜਲੀ ਕਰ ਰਹੇ ਆ, ਬਿਜਲੀ 20 ਤਰੀਕ ਤੋਂ ਬਾਅਦ ਕੀਤਾ ਸੀ, ਪਿੰਡਾਂ ਦੇ ਵਿੱਚ ਜਾ ਕੇ ਆ ਪਿੰਡਾਂ ਦੇ ਹੋਇਆ 4 ਘੰਟੇ 3 ਘੰਟੇ ਬਿਜਲੀ ਆ ਰਹੀ ਹੈ, ਬਿਜਲੀ ਤੋਂ ਬਿਨਾਂ ਜਿਹੜਾ ਪੈਡੀ ਸੀਜ਼ਨ ਆਇਆ ਹੋਇਆ ਹੈ, ਝੋਨੇ ਦੀ ਬਿਜਾਈ ਨਹੀਂ ਹੋਣੀ। ਠੀਕ ਹੈ ਜੀ, ਬਿਜਲੀ ਦੀ ਵੀ ਕਮੀ ਰਹੀ ਹੈ। ਤਾਂ ਨਾਲ ਵਾਲੇ ਸੂਬੇ ਨੇ ਵੀ ਆਪਾਂ ਗੱਲ ਕੀਤੀ ਹੈ, ਧਾਲੀਵਾਲ ਸਾਹਿਬ ਸਭ ਨੂੰ ਬਤਾਇਆ ਟੀਵੀ ਤੇ ਵੀ, ਨਾਲ ਵਾਲੇ ਸੂਬੇ ਨੇ 4000 ਰੁਪਇਆ ਸਿੱਧੀ ਬਿਜਾਈ ਤੇ ਰੱਖਿਆ ਹੈ, 1500 ਰੁਪਇਆ ਜਿਹੜਾ ਕਿਸਾਨ ਨੂੰ ਦੇ ਰਹੇ ਨੇ। ਅਗਰ ਕਿਸਾਨ ਡੀਜ਼ਲ ਯੂਜ਼ ਕਰਦਾ ਆ ਤਾਂ ਸਭ ਨੂੰ ਪਤਾ ਹੈ ਕਿ ਜੇ 10 ਕਿੱਲੇ ਆਪਾਂ ਨੇ ਪਾਣੀ ਭਰਨਾ ਆ, 10 ਕਿੱਲੇ ਦੇ ਵਿੱਚ ਆਪਾਂ ਕਰਨਾ ਆ ਤਾਂ 1 ਘੰਟੇ ਦੇ ਵਿੱਚ 10 ਲੀਟਰ ਤੇਲ ਲੱਗਦਾ। ਜੇ 100 ਲੀਟਰ ਤੇਲ ਲੱਗਦਾ ਤਾਂ 10,000 ਦਾ ਡੀਜ਼ਲ ਹੋ ਗਿਆ। ਉਸ ਤੋਂ ਬਾਅਦ ਆਪਾਂ ਸਾਰਾ ਪਤਾ ਕਿ ਦੁਨੀਆਂ ਮਹਿੰਗੀਆਂ ਨੇ। ਠੀਕ ਆ ਜੀ, ਜਿਹੜੀ DAP ਖਾਦ ਆਪਣਾ 1200 ਰੁਪਏ ਦਾ ਹੁੰਦਾ ਸੀ ਕੱਟਾ 50 ਕਿਲੋ ਵਾਲਾ, 1900 ਰੁਪਏ ਦਾ ਹੋਇਆ। ਚਾਂਦੀ ਜੀ ਨੂੰ ਇਹ ਵੀ ਗੱਲ ਪਤਾ ਹੋਣੀ ਚਾਹੀਦੀ ਆ, ਖਾਦਾਂ ਕਿੰਨੀਆਂ ਮਹਿੰਗੀਆਂ ਹੋ ਗਿਆ। ਪਰ ਖਾਦ ਜਿਹੜੀ 260 ਰੁਪਏ ਦਾ ਥੈਲਾ ਹੁੰਦਾ ਸੀ, ਉਹ ਅੱਜ ਬਾਜ਼ਾਰ ਦੇ ਵਿੱਚ ਜਾਓਗੇ 340 ਰੁਪਏ ਉਹਦਾ ਰੇਟ ਹੈ, ਜਿਹੜਾ ਅੱਜ ਦਾ ਨਵਾਂ ਰੇਟ ਹੈ।
ਸੋ ਕਿਸਾਨ ਦੀ ਜੇ ਆਪਾਂ ਗੱਲ ਕਰ ਰਹੇ ਹਾਂ ਦੀ, ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਦਾ, ਇੱਕ SAS ਹੈ, ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਆ ਸਿਚੁਏਸ਼ਨ ਅਸੈਸਮੈਂਟ ਸਰਵੇ ਫਾਰ ਫਾਰਮਰਸ। ਇਹ ਸਰਵੇ ਕਰਦੇ ਨੇ, ਠੀਕ ਹੈ ਜੀ। ਇਹਦੇ ਅਕੋਰਡਿੰਗਲੀ ਪੰਜਾਬ ਦੇ ਵਿੱਚ ਕਿਸਾਨ ਦੀ ਜਿਹੜੀ ਇਨਕਮ ਸੀ ਉਹ 18,000 ਰੁਪਇਆ ਪ੍ਰਤੀ ਆਪਣਾ ਮੰਥ ਸੀਗੀ, ਉਹ ਵੱਧ ਕੇ ਪਿਛਲੇ 6 ਸਾਲਾਂ ਦੇ ਵਿੱਚ 26,000 ਹੋਈ ਹੈ। ਤਾਂ 6,000 ਜੇ ਆਪਾਂ ਖਰਚੇ ਦੀ ਗੱਲ ਕਰੀਏ ਕਿਸਾਨ ਦੀ ਜ਼ਮੀਨ ਦੇ ਉੱਤੇ 25,000 ਰੁਪਇਆ ਪ੍ਰਤੀ ਏਕੜ ਖਰਚ ਖੇਤੀ ਕਰਨ ਤੇ ਚੁੱਕਿਆ ਆ। ਅੱਜ ਤੱਕ ਕਦੇ ਵੀ ਸੋਈ ਸਾਹਿਬ ਬੈਠੇ ਨੇ, ਅੱਜ ਤੱਕ ਸਭ ਨੂੰ ਪਤਾ ਕਦੇ ਕਿਸਾਨੀ ਦੇ ਸੰਦਾਂ ਤੇ, ਕਦੇ ਕੀਟਨਾਸ਼ਕ ਦਵਾਈਆਂ ਤੇ GST ਲੱਗਿਆ ਸੀ। ਅੱਜ ਕੱਲ ਟਰੈਕਟਰ ਦੇ ਟਾਇਰ ਤੇ ਵੀ 18% GST ਹੈ, 6% ਦਵਾਈਆਂ ਦੇ GST ਹੈ। ਤਾਂ ਇਹਦੇ ਕਰਨ ਨਾਲ ਕਿ ਕਿਸਾਨ ਦਾ ਜਿਹੜੀ ਖੇਤੀ ਕਰਨ ਦਾ ਖਰਚਾ ਉਹ ਵੱਧ ਚੁੱਕਿਆ ਹੈ। ਭਾਵੇਂ ਜਿਹੜੀ ਆਪਣੀ ਸੈਂਟਰ ਦੀ ਸਰਕਾਰ ਉਹਨੇ ਕਿਸਾਨ ਸਨਮਾਨ ਯੋਜਨਾ ਰੱਖੀ ਸੀ, ਜਿਹੜੀ ਸਨਮਾਨ 6,000 ਰੁਪਇਆ ਸਾਲ ਕਿਸਾਨ ਨੂੰ ਦਿੰਦੇ ਨੇ, 6,000 ਰੁਪਇਆ ਦੇਣ ਦਾ ਤਾਂ ਕਿਸਾਨ ਨੂੰ ਸਾਲ ਦਾ ਦਿੰਦੇ ਨੇ, ਪਰ ਕਿਸਾਨ ਦਾ ਖਰਚਾ ਜਿਹੜਾ ਉਹਦੀ ਜਿਹੜੀ ਲਾਗਤ ਆ ਉਹ ਲਾਗਤ ਵੱਧ ਕੇ 25,000 ਰੁਪਏ ਹੋ ਚੁੱਕੀ ਹੈ। ਸੋ ਇਹੀ ਅਸੀਂ ਬਾਰ-ਬਾਰ ਸਾਰੇ ਚੈਨਲਸ, ਤੁਸੀਂ ਵੀ, ਸਾਰੇ ਪੈਨਲਿਸਟ ਵੀ ਬੇਨਤੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਜੀ ਨੂੰ, ਕਿਸਾਨ ਆਗੂ ਵੀ ਬੈਠੇ ਨੇ, ਜੰਗਵੀਰ ਜੀ ਚੌਹਾਨ ਜੀ ਨਾਲ ਮੇਰੀ ਚੌਥੀ ਡਿਬੇਟ ਹੈ, ਅਸੀਂ ਇਕੱਠੇ ਚੌਥੀ ਵਾਰ ਪਾਰਟਿਸਿਪੇਟ ਕਰ ਰਹੇ ਹਾਂ ਇਹੀ ਡਿਬੇਟਸ ਦੇ ਵਿੱਚ। ਅਸੀਂ ਇਹੀ ਗੱਲ ਕਹਿ ਰਹੇ ਹਾਂ ਕਿ 1,500 ਰੁਪਏ ਵਧਾ ਕੇ 5,000 ਦਿੱਤਾ ਜਾਵੇ। ਡਿਵਰਸਿਫਿਕੇਸ਼ਨ ਆਪਾਂ ਲਿਆਉਣਾ ਚਾਹੁੰਦੇ ਹਾਂ, ਠੀਕ ਹੈ, ਕੋਈ ਰੋਡ ਮੈਪ ਵੀ ਦੇਣ ਨਾ ਅੱਗੇ ਡਿਵਰਸਿਫਿਕੇਸ਼ਨ ਲਈ। ਮੂੰਗੀ ਦੀ ਗੱਲ ਕਰ ਰਹੇ ਨੇ, ਠੀਕ ਹੈ, ਲੋਕਾਂ ਨੂੰ ਫੇਰ ਦੁਬਾਰਾ ਉਹੀ ਮਿਸਗਾਈਡ ਕਰ ਰਹੇ ਨੇ ਪੰਜਾਬੀਆਂ ਨੂੰ। ਸੋਹੀ ਸਾਹਿਬ ਨੇ ਦੱਸਿਆ, ਬਿਲਕੁਲ ਸਹੀ ਦੱਸਿਆ ਵੀ 10% ਮੂੰਗੀ ਚੱਕੀ ਜਾਣੀ, ਉਹ ਵੀ ਸੈਂਟਰ ਦੇ ਹੱਥ 'ਚ ਹੈ ਸਾਰਾ ਕੁਝ। ਜਾਂ ਤਾਂ ਇਹ ਸਟੈਂਡ ਕਲੀਅਰ ਕਰਨਾ ਅੱਗੇ ਵੀ ਹਾਂਜੀ ਪਨਸਪ ਚੱਕੂਗਾ, ਪਨਗ੍ਰੇਮ ਚੱਕੂਗਾ, ਜਿਹੜਾ ਮੂੰਗੀ ਬੀਜੂਗਾ ਕਿਸਾਨ, ਇਹ ਇਹਨਾਂ ਦੇ ਜਿਹੜੇ ਕੋਈ ਪਨਗ੍ਰੇਮ ਫਿਰ ਕੁਆਲਿਟੀ ਵੀ ਦੇਖਣੀ ਹੈ, ਸਾਰਾ ਕੁਝ ਦੇਖਣਾ ਆ, ਖਰਚ ਵੀ ਦੇਖਣਾ ਹੈ। ਫਿਰ ਉਹੀ ਬਟਨ ਦੁਬਾਰਾ ਜਿਵੇਂ ਪਹਿਲਾਂ ਗਏ ਸੀ, ਅੱਜ ਵੀ ਇਹੀ ਸਟੇਟਮੈਂਟ ਦਿੱਤੀ ਹੈ ਕਿ ਮੈਂ ਅਮਿਤ ਸ਼ਾਹ ਜੀ ਨੂੰ, ਮਾਨ ਸਾਹਿਬ, ਭਗਵੰਤ ਮਾਨ CM ਸਾਹਿਬ ਮਿਲਣ ਜਾ ਰਹੇ ਨੇ, ਉੱਥੇ ਕੁਝ ਮੁੱਦੇ ਨੇ, ਬਾਸਪਤੀ ਦਾ ਮੁੱਦਾ ਉਵੇਂ ਪਿਆ ਹੈ, ਉੱਥੇ MSP ਦੀ ਗੱਲ ਉੱਥੇ ਦੀ ਉੱਥੇ ਪਈ ਹੈ, ਸਾਰੀ ਉੱਥੇ ਦੀ ਉੱਥੇ ਖੜੀ ਹੈ। ਸੋ ਕਿਸਾਨੀ ਨੂੰ ਤਗੜਾ ਕਰਨਾ ਜ਼ਰੂਰੀ ਹੈ। ਆਪਣਾ ਜਿਹੜਾ ਸੂਬਾ ਹੈ ਸਭ ਨੂੰ ਪਤਾ ਹੈ ਕਿ ਆਪਾਂ ਐਗਰੀਕਲਚਰ ਨਾਲ ਸਾਰਾ ਇਵਨ ਕਿ ਪੂਰੇ ਦੇਸ਼ ਦੇ, ਠੀਕ ਹੈ ਜੀ, 50-52% ਲੋਕ ਖੇਤੀਬਾੜੀ ਨਾਲ ਜੁੜੇ ਹੋਏ ਨੇ। ਪਰ ਅੱਜ ਦੀ ਸਿਚੁਏਸ਼ਨ ਕੀ ਹੈ ਤਾਂ ਚਰਨਜੀਤ ਜੀ, ਟੋਟਲ ਇੰਡੀਆ ਦੇ ਵਿੱਚ 15 ਕਰੋੜ ਕਿਸਾਨ ਆ, ਠੀਕ ਹੈ ਜੀ। 15 ਕਰੋੜ ਕਿਸਾਨ ਚੋਂ 52% ਕਿਸਾਨ ਅੱਜ ਦੀ ਡੇਟ ਦੇ ਵਿੱਚ ਬੈਂਕ ਕਰਪਟ ਆ, ਠੀਕ ਹੈ ਜੀ। ਉਹਦੇ ਕੋਈ ਫੈਮਿਲੀ ਉਹ ਕਰਜ਼ੇ ਦੇ ਥੱਲੇ ਦਬਿਆ ਹੋਇਆ, ਤਾਂ ਉਹ ਕਰਜ਼ੇ ਦਾ ਡੇ ਬਾਏ ਡੇ ਦਬਦਾ ਜਾ ਰਿਹਾ ਹੈ। ਉਹੀ ਕੇਜਰੀਵਾਲ ਸਾਹਿਬ ਨੇ ਜਿਨ੍ਹਾਂ ਨੇ ਸਟੇਟਮੈਂਟ ਦਿੱਤੀ ਸੀ ਆ ਕੇ ਇਲੈਕਸ਼ਨ ਤੋਂ ਪਹਿਲਾਂ, ਹਾਂਜੀ, ਉਹਨਾਂ ਨੇ ਸਟੇਟਮੈਂਟ ਮਾਈਕ ਫੜ ਕੇ ਔਨ 에ਅਰ ਕਿਹਾ ਵਿੱਚ ਇਲੈਕਸ਼ਨਸ ਨੇ, ਮਾਰਚ ਵਿੱਚ ਰਿਜ਼ਲਟ ਆ, 1 ਅਪ੍ਰੈਲ ਤੋਂ ਕੋਈ ਵੀ ਕਿਸਾਨ ਆਤਮ ਹੱਤਿਆ ਨਹੀਂ ਕਰੇਗਾ। ਤਾਂ ਬੈਕ ਟੂ ਬੈਕ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਤੇ ਆਤਮ ਹੱਤਿਆਵਾਂ ਜਿਹੜੀਆਂ ਰੁਕ ਨਹੀਂ ਰਹੀਆਂ, 18 ਤੋਂ 20 ਕਿਸਾਨ ਆਤਮ ਹੱਤਿਆ ਕਰ ਚੁੱਕੇ ਨੇ। ਜੀ ਪ੍ਰਦੀਪ ਜੀ, ਜਵਾਬ ਲੈ ਲੈਂਦੇ ਆ, ਰਮਨ ਚਾਂਦੀ ਜੀ ਤੋਂ ਜਵਾਬ ਲੈ ਲੈਂਦੇ ਆ। ਚਾਂਦੀ ਸਾਹਿਬ, ਇੱਕ ਮਿੰਟ ਚਰਨਜੀਤ ਜੀ, ਦਾਣਾ ਸ਼ੁਰੂ ਹੋਣ ਨਾਲ ਕਿਸਾਨ ਨੇ ਆਤਮ ਹੱਤਿਆ ਕੀਤੀ, ਠੀਕ ਹੈ ਜੀ। ਕੰਬਾਈਨ ਤੇ ਫਾਹਾ ਲਿੱਤਾ ਕਿਸਾਨ ਨੇ, ਪੰਜਾਬ ਦੇ ਪੁੱਤ ਨੇ, ਜ਼ਿਮੀਂਦਾਰ ਅੰਨਦਾਤਾ ਨੇ ਆਪਣਾ ਕੰਬਾਈਨ ਤੇ ਫਾਹਾ ਲੈ ਕੇ ਆਤਮ ਹੱਤਿਆ ਦੇ ਕੇ ਇਹਨਾਂ ਨੂੰ ਸੰਦੇਸ਼ ਪਹੁੰਚਾਇਆ। ਤਾਂ ਵੀ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਿਰਕਰੀ। ਪੋਰਟਲ ਦੇ ਵਿੱਚ ਲੋਕਾਂ ਨੂੰ ਕਿਹਾ ਵੀ ਹਾਂਜੀ ਜਾਓ ਪੋਰਟਲ ਦੇ ਵਿੱਚ ਰਜਿਸਟ੍ਰੇਸ਼ਨ ਕਰੋ, ਮਿਲੂਗਾ 1,500 ਰੁਪਏ ਹੀ। ਤਾਂ ਆਪਣੀ ਗੱਲ ਤੇ ਤਾਂ ਅਟਲ ਨੇ ਨਾ, ਕਿਸਾਨਾਂ ਨੂੰ ਫਿਰ ਕਿੱਥੇ ਇਹਨਾਂ ਨੇ ਸਟੈਂਡ ਕੀਤਾ? ਅੰਨਦਾਤਾ ਉਹਨੇ ਮਿਲ ਵੀ ਗਿਆ, ਉਹਨਾਂ ਨੇ ਮੀਟਿੰਗਸ ਵੀ ਕੀਤੀ, ਤਾਂ ਫਿਰ ਗੱਲ ਤਾਂ ਉੱਥੇ ਦੀ ਉੱਥੇ ਹੈ। ਜੀ ਚਾਂਦੀ ਜੀ, ਦੇਖੋ ਸਿੱਧੇ ਤੌਰ ਤੇ ਆਰੋਪ ਲਗਾ ਦਿੱਤੇ ਨੇ ਵਿਰੋਧੀਆਂ ਵੱਲੋਂ ਤਾਂ ਕਿ ਸਿਰਫ ਤੇ ਸਿਰਫ ਫੋਕੀ ਸ਼ੋਸ਼ੇਬਾਜ਼ੀ ਵਰਤੀ ਜਾ ਰਹੀ ਹੈ, ਸਿਰਫ ਤੇ ਸਿਰਫ ਇੱਕ ਹਥਿਆਰਬਾਜ਼ੀ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਅਸੀਂ ਆਹ ਕਰਤਾ ਉਹ ਕਰਤਾ। ਪ੍ਰਦੀਪ ਜੀ ਨੇ ਤਾਂ ਕਹਿਤਾ, ਕਹਿੰਦੇ ਕੇਜਰੀਵਾਲ ਜੀ ਕਹਿੰਦੇ ਸਨ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆ ਗਏ ਤਾਂ 1 ਅਪ੍ਰੈਲ ਤੋਂ ਬਾਅਦ ਕੋਈ ਕਿਸਾਨ ਖੁਦਕੁਸ਼ੀ ਵੀ ਨਹੀਂ ਕਰੇਗਾ। ਕਿਵੇਂ ਵੇਖਦੇ ਹੋ? ਹਾਲਾਂਕਿ ਖੁਦਕੁਸ਼ੀਆਂ, ਮੈਂ ਇਹ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਤੋਂ ਸ਼ੁਰੂ ਹੋਈਆਂ, ਖੁਦਕੁਸ਼ੀਆਂ ਉਦੋਂ ਤੋਂ ਸ਼ੁਰੂ ਹੋਈਆਂ ਜਦੋਂ ਤੋਂ ਸਰਕਾਰਾਂ ਬਣਦੀਆਂ ਆਈਆਂ ਨੇ। ਪਿਛਲੇ 70 ਸਾਲਾਂ ਤੋਂ ਬਹੁਤ ਜ਼ਿਆਦਾ ਖੁਦਕੁਸ਼ੀਆਂ ਹੋਈਆਂ ਨੇ, ਜੋ ਇੱਕ ਮਾੜੀ ਗੱਲ ਹੈ, ਭੈੜੀ ਗੱਲ ਹੈ, ਕਿਉਂਕਿ ਸਰਕਾਰਾਂ ਦੇ ਮੂੰਹ ਤੇ ਇੱਕ ਵੱਡੀ ਚਪੇੜ ਵੀ ਹੈ। ਜੀ ਚਾਂਦੀ ਜੀ। ਚੰਨੀ ਜੀ, ਸਿਆਸਤ ਦੇ ਪਲੇਟਫਾਰਮ ਦੇ ਉੱਤੇ ਜੇਕਰ ਪਰਮਾਤਮਾ ਵਾਹਿਗੁਰੂ ਜਿਹਨੂੰ ਕਹਿੰਦੇ ਆਪਾਂ, ਉਹ ਵੀ ਆ ਕੇ ਕਹਿ ਦੇ ਨਾ ਕਿ ਆਹ ਚੀਜ਼ ਮੈਂ ਤੁਹਾਡੇ ਲਈ ਕਰ ਲਿਆ, ਤਾਂ ਸਿਆਸਤਦਾਨਾਂ ਨੂੰ ਤਾਂ ਵੀ ਯਕੀਨ ਨਹੀਂ ਆਉਣਾ। ਨੰਬਰ 2, ਜਿਹੜੀ ਗੱਲ ਤੁਸੀਂ, ਵੈਸੇ ਮੇਰਾ ਜਵਾਬ ਆਪਣੇ ਆਪ ਹੀ ਦੇ ਦਿੱਤਾ ਕਿ ਜਿਹੜੀਆਂ ਖੁਦਕੁਸ਼ੀਆਂ ਨੇ ਇਹ 2 ਮਹੀਨਿਆਂ ਦੇ ਦੌਰਾਨ ਥੋੜਾ ਸ਼ੁਰੂ ਹੋਈਆਂ ਨੇ। ਦੇਖੋ, ਜਦੋਂ ਕੋਈ ਵੀ ਪਰਿਵਾਰ ਹੈ, ਚਾਹੇ ਕੋਈ ਕਿਸਾਨ ਹੈ, ਚਾਹੇ ਕੋਈ ਆਮ ਪਰਿਵਾਰ ਹੈ, ਜਦੋਂ ਆਰਥਿਕ ਤੰਗੀ ਦੇ ਵਿੱਚ ਆਉਂਦਾ ਹੈ, ਇੱਕੋ ਲਖਤ ਆਰਥਿਕ ਤੰਗੀ ਦੇ ਵਿੱਚ ਨਹੀਂ ਆਉਂਦਾ, ਹੌਲੀ ਹੌਲੀ ਕਈ ਭੀੜਾਂ ਦੇ ਵਿੱਚ ਉਹ ਘਿਰ ਜਾਂਦਾ।
ਇਸ ਕਰਕੇ ਇਹ ਜਿਹੜਾ ਕੁਝ ਹੈ ਇਹ ਪਿੱਛੋਂ ਚਲਿਆ ਆਉਂਦਾ ਹੈ। ਜੇ ਆਪਾਂ ਅੱਜ ਨਿਰੀ ਆਮ ਆਦਮੀ ਪਾਰਟੀ ਤੇ ਮੌਜੂਦਾ ਸਰਕਾਰ ਤੇ ਲਾਈਏ ਕਿ ਆਮ ਆਦਮੀ ਪਾਰਟੀ ਕਰਕੇ, ਭਗਵੰਤ ਮਾਨ ਜੀ ਦੀਆਂ ਮਾੜੀਆਂ ਨੀਤੀਆਂ ਕਰਕੇ ਇਹ ਕੁਝ ਹੋ ਰਿਹਾ, ਤਾਂ ਇਹ ਬਿਲਕੁਲ ਝੂਠ ਹੈ। ਸਮਾਂ ਦੀ ਭਗਵੰਤ ਮਾਨ ਜੀ ਤਾਂ ਕਿਸਾਨਾਂ ਨੂੰ, ਆਮ ਪਰਿਵਾਰਾਂ ਨੂੰ ਉਭਾਰਨ ਤੇ ਲੱਗੇ ਹੋਏ ਨੇ ਕਿ ਕਿਹੜੀਆਂ ਇਹੋ ਜਿਹੀਆਂ ਪਾਲਿਸੀਆਂ, ਨੀਤੀਆਂ ਬਣਾਈਆਂ ਜਾਣ ਤੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਉਭਾਰ ਸਕਾਂ। ਸੋ ਮੇਰਾ ਮਤਲਬ ਤਾਂ ਕਹਿਣ ਦਾ, ਦੇਖੋ ਜਿਹੜੀ ਗੱਲਾਂ ਕਰਦੇ ਆ 1500 ਰੁਪਏ ਦੀਆਂ, ਸਭ ਤੋਂ ਪਹਿਲਾਂ ਤਾਂ ਇਹ ਦੱਸਣ ਇਹ ਕਿ ਪੰਜਾਬ ਲਈ ਅਸੀਂ ਛੱਡਿਆ ਕੀ ਸੀ। ਜੇਕਰ ਅੱਜ ਆਮ ਆਦਮੀ ਪਾਰਟੀ ਨੇ, ਮਾਨ ਸਾਹਿਬ ਨੇ 1500 ਰੁਪਏ ਦਾ ਐਲਾਨ ਕੀਤਾ ਤਾਂ 23 ਜਥੇਬੰਦੀਆਂ ਨਾਲ ਮੈਂ ਜੰਗਵੀਰ ਜੀ ਬੈਠੇ ਨੇ, ਸਾਰਿਆਂ ਦੀ ਸਹਿਮਤੀ ਨਾਲ ਡੱਲੇਵਾਲ ਸਾਹਿਬ ਨੇ ਬਾਹਰ ਨਿਕਲ ਕੇ ਬਿਆਨ ਦਿੱਤਾ ਸੀ। ਬੜੇ ਸੁਲਝੇ ਹੋਏ ਕਿਸਾਨ ਨੇ ਕਿ ਠੀਕ ਹੈ, ਮੰਨਿਆ ਉਹਨਾਂ ਨੇ ਵੀ ਕਿ ਬਹੁਤ ਥੋੜਾ ਹੈ, ਲੇਕਿਨ ਨਾ ਨਾਲੋਂ ਤਾਂ ਠੀਕ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ, ਹੁਣ ਇਹ ਤਾਂ ਆਪਾਂ ਨੂੰ ਵੀ ਪਤਾ ਹੈ ਕਿ ਇੱਕੋ ਵਾਰ ਦੇ ਵਿੱਚ ਪੰਜਾਬ ਦੇ ਸਾਰੇ ਕਿਸਾਨ ਹਰ ਇੱਕ ਪਾਲਿਸੀ ਨੂੰ ਨਹੀਂ ਅਪਣਾਉਂਦੇ। ਹਰ ਕਿਸਾਨ, ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ, ਇੱਕ ਦੂਜੇ ਦੇ ਵੱਲ ਵੇਖ ਕੇ ਕਿ ਕਿਹਦੇ ਚ ਕਿੰਨਾ ਫਾਇਦਾ ਹੈ, ਕਿਹਦੇ ਚ ਕਿੰਨੀ ਕਮਾਈ ਹੈ, ਕਿਹਦੇ ਚ ਕੀ ਕੁਝ ਹੈ, ਹੌਲੀ ਹੌਲੀ ਸਟੈਪ ਬਾਈ ਸਟੈਪ ਅੱਗੇ ਨੂੰ ਵੱਧਦਾ। ਅਗਲਾ ਅੱਜ 20%, 12%, 15% ਲੱਗਣਗੇ ਤਾਂ ਅਗਲੇ ਸਾਲ 25 ਹੋ ਜਾਣਗੇ, ਉਦੋਂ ਅਗਲੇ ਸਾਲ 50 ਹੋ ਜਾਣਗੇ। ਸੋ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ, ਮਾਨ ਸਾਹਿਬ ਵੀ ਸਾਰਾ ਕੁਝ ਇਹਨਾਂ ਚੀਜ਼ਾਂ ਵੱਲੇ ਨਜ਼ਰ ਰੱਖ ਰਹੇ ਨੇ। ਪੂਰੀ ਪੈਣੀ ਨਜ਼ਰ ਆ ਉਹਨਾਂ ਦੀ ਕਿ ਹੌਲੀ ਹੌਲੀ ਸਾਨੂੰ ਵੀ ਸਟੈਪ ਬਾਈ ਸਟੈਪ, ਇਹ ਦੋਨੋਂ ਸਰਕਾਰ ਔਰ ਪੰਜਾਬ ਦੀ ਜਨਤਾ ਜਾਂ ਪੰਜਾਬ ਦੇ ਕਿਸਾਨ ਜਦੋਂ ਤੱਕ ਮਿਲ ਕੇ ਨਹੀਂ ਚੱਲਣਗੇ ਤਦੋਂ ਤੱਕ ਕੋਈ ਵੀ ਹੱਲ ਨਹੀਂ ਨਿਕਲਣਾ। ਸੋ ਥੋੜਾ ਜਿਹਾ ਸਮਾਂ ਹੋਰ ਰੁਕੋ, ਹਲੇ 2 ਮਹੀਨੇ, 2.25 ਮਹੀਨੇ ਹੋਏ ਨੇ। ਸਾਰੀਆਂ ਗੱਲਾਂ ਦਾ ਹਰ ਫੀਲਡ ਦੇ ਵਿੱਚ ਮਾਨ ਸਾਹਿਬ ਹੱਲ ਕੱਢਣਗੇ, ਇਕੱਲੇ ਕਿਸਾਨਾਂ ਦਾ ਨਹੀਂ, ਆਮ ਨੌਜਵਾਨਾਂ ਦਾ, ਨਸ਼ੇ ਦੇ ਮੁੱਦੇ ਨੇ, ਬੇਰੁਜ਼ਗਾਰੀ ਦੇ ਮੁੱਦੇ ਨੇ, ਸਰਕਾਰ ਨੇ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਵਿਰੋਧੀ ਅੱਜ ਇਹ ਗੱਲਾਂ ਕਰਦੇ ਨੇ ਇਹ ਆਪਣਾ ਵੀ ਦੇਖਣ, ਮੈਂ ਬਲੇਮ ਨਹੀਂ ਲਾਉਂਦਾ ਇਹਨਾਂ ਤੇ, ਲੇਕਿਨ ਅਸੀਂ ਜਾਂ ਮਾਨ ਸਾਹਿਬ ਇਹ ਜ਼ਰੂਰ ਕਹਿੰਦੇ ਹੁੰਦੇ ਸੀ ਜਦੋਂ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ ਕਿ ਪੰਜਾਬ ਨੂੰ ਲੁੱਟਿਆ ਔਰ ਕੁੱਟਿਆ ਜਾ ਰਿਹਾ ਹੈ, ਪਰ ਕੁਰਸੀ ਤੇ ਬੈਠਣ ਤੋਂ ਬਾਅਦ ਇਹ ਪਤਾ ਲੱਗਿਆ ਕਿ ਹਨੇਰੇ 'ਚ ਤਾਂ ਪੰਜਾਬ ਸੀਗਾ, ਲੇਕਿਨ ਇੰਨਾ ਹਨੇਰੇ 'ਚ ਸੀ ਉਹ ਕੁਰਸੀ ਤੇ ਬੈਠਣ ਤੋਂ ਬਾਅਦ ਪਤਾ ਲੱਗਿਆ। ਸਾਰੀਆਂ ਪਾਰਟੀਆਂ ਨੂੰ ਸੋਚਣਾ ਚਾਹੀਦਾ। ਸੋਹੀ ਸਾਹਿਬ ਸਤਿਕਾਰਯੋਗ ਬੈਠੇ ਨੇ, ਜੇਕਰ ਇਹਨਾਂ ਦੇ ਵਿੱਚ, ਇਹਨਾਂ ਦੀ ਸੈਂਟਰ ਦੇ ਵਿੱਚ ਸਰਕਾਰ ਹੈ ਤਾਂ ਸੈਂਟਰ ਨੂੰ ਵੀ ਚਾਹੀਦਾ ਕਿ ਸਿਆਸਤ ਨੂੰ ਭੁੱਲ ਕੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨ, ਉਹ ਵੀ ਸੂਬਾ ਸਰਕਾਰ ਦਾ ਸਾਥ ਦੇਣ, ਕਿਉਂਕਿ ਸੂਬਾ ਸਰਕਾਰਾਂ ਨੇ ਸੈਂਟਰ ਦੇ ਸਰਕਾਰ ਕੋਲ ਜਾਣਾ ਹੁੰਦਾ, ਆਪਣੇ ਹੱਕ ਮੰਗਣ, ਆਪਣਾ ਮਦਦ ਦੀ ਗੁਹਾਰ ਲਗਾਉਣੀ ਹੁੰਦੀ ਹੈ, ਚਾਹੇ ਸਰਕਾਰ ਇੱਥੇ ਕਾਂਗਰਸ ਦੀ ਹੁੰਦੀ, ਚਾਹੇ ਅਕਾਲੀ ਭਾਜਪਾ ਦੀ ਹੁੰਦੀ, ਤਾਂ ਵੀ ਉਹਨਾਂ ਨੇ ਉਸ ਸਮੇਂ ਦੇ ਮੌਜੂਦਾ ਚੀਫ ਮਿਨਿਸਟਰ ਪਿਛਲੀਆਂ ਵਾਰਾਂ ਜਾਂਦੇ ਰਹੇ ਨੇ। ਸੋ ਸੈਂਟਰ ਦਾ ਵੀ ਹੱਕ ਬਣਦਾ, ਅਧਿਕਾਰ ਵੀ ਬਣਦਾ ਉਹਨਾਂ ਦਾ, ਸਾਰੀਆਂ ਚੀਜ਼ਾਂ ਮਿਲ ਕੇ ਚੱਲਦੀਆਂ ਹੁੰਦੀਆਂ ਨੇ। ਹੌਲੀ ਹੌਲੀ ਸਟੈਪ ਬਾਈ ਸਟੈਪ, ਸਲੋ ਐਂਡ ਸਟੱਡੀ ਵਿਨ ਦਾ ਰੇਸ ਹੋਏਗਾ, ਕਿਉਂਕਿ ਪੰਜਾਬ ਲੀਹੋਂ ਬਿਲਕੁਲ ਲੱਥਿਆ ਹੋਇਆ। ਇਹ ਜਿਹੜੀ ਪਟੜੀ ਤੇ ਟ੍ਰੇਨ ਚੜ੍ਹਨੀ ਹੈ, ਹੌਲੀ ਹੌਲੀ ਚੜ੍ਹਨੀ ਹੈ, ਇੱਕਦਮ ਕੁਝ ਵੀ ਨਹੀਂ ਹੋਣਾ। ਜੀ ਚਾਂਦੀ ਸਾਹਿਬ, ਇਹ ਤਾਂ ਤੁਸੀਂ ਪੱਖ ਰੱਖਤਾ। ਮੈਂ ਅਗਲੇ ਮੁੱਦੇ ਵੱਲ ਵਧਾਂ। ਅਗਲਾ ਮੁੱਦਾ ਅਸੀਂ ਅੱਜ ਚੁਣਿਆ ਸੀ ਜੋ ਵਿਜੇ ਸਿੰਗਲਾ ਨੂੰ ਬੀਤੇ ਦਿਨ ਭਗਵੰਤ ਮਾਨ ਨੇ ਇੱਕ ਬਰਖਾਸਤ ਕਰਨ ਤੋਂ ਬਾਅਦ ਸ਼ਲਾਖਾਂ ਦੇ ਪਿੱਛੇ ਡੱਕ ਦਿੱਤਾ ਹੈ, ਤੇ ਸਵਾਲ ਹੁਣ ਇਹ ਖੜਾ ਹੋਣਾ ਸ਼ੁਰੂ ਹੋ ਗਿਆ। ਹਾਲਾਂਕਿ ਵਿਰੋਧੀਆਂ ਵੱਲੋਂ ਵੀ ਕਿਤੇ ਨਾ ਕਿਤੇ ਘਬਰਾਹਟ ਤੇ ਜ਼ਰੂਰ ਮਹਿਸੂਸ ਹੋ ਰਹੀ ਹੈ, ਤੇ ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕ ਇਹ ਗੱਲ ਕਹਿਣ ਲੱਗੇ ਨੇ। ਹਾਲਾਂਕਿ ਕੈਮਰੇ ਦੇ ਉੱਤੇ ਤਾਂ ਕਿਸੇ ਵੱਲੋਂ ਨਹੀਂ ਕਿਹਾ ਗਿਆ, ਸੂਤਰਾਂ ਦੇ ਹਵਾਲੇ ਤੋਂ ਇਹ ਬਿਲਕੁਲ ਸਪਸ਼ਟ ਹੋਣਾ ਸ਼ੁਰੂ ਹੋ ਗਿਆ ਕਿ ਆਮ ਆਦਮੀ ਪਾਰਟੀ ਹੁਣ ਜਿਹੜੇ ਵਿਧਾਇਕ ਨੇ ਉਹ ਇਹ ਪ੍ਰੈਸ਼ਰ ਬਣਾ ਰਹੇ ਨੇ ਭਗਵੰਤ ਮਾਨ ਦੇ ਉੱਤੇ ਕਿ ਆਪਣਾ ਤਾਂ ਰਗੜਤਾ, ਜਿਹੜੇ ਪੁਰਾਣੇ ਸੀ ਜਿਨ੍ਹਾਂ ਦੇ ਨਾਂ ਵੀ ਲੱਤੇ ਗਏ ਆ, ਉਹਨਾਂ ਨੂੰ ਕਦੋਂ ਕੁ ਰਗੜਨ ਜਾ ਰਹੇ ਹੋ? ਜੀ ਚਾਂਦੀ ਸਾਹਿਬ, ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਆਪਣੇ ਮੂੰਹ ਮੀਆਂ ਮਿੱਠੂ, ਕਿਉਂਕਿ ਜੋ ਕੁਝ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤਾ ਉਹ ਬੜਾ ਸ਼ਲਾਘਾਯੋਗ ਕਦਮ ਹੈ, ਕਿਉਂਕਿ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ। ਪਿਛਲੀਆਂ ਸਰਕਾਰਾਂ ਦੇ ਕਿਸੇ ਵੀ ਮੁੱਖ ਮੰਤਰੀ ਵੱਲੋਂ ਇਹ ਕੁਝ ਨਹੀਂ ਕੀਤਾ ਗਿਆ। ਨੰਬਰ 2, ਨਾ ਤਾਂ ਕਿਸੇ ਮੀਡੀਆ ਕਰਮੀ ਕੋਲ ਕੋਈ ਇਨਫੋਰਮੇਸ਼ਨ, ਨਾ ਵਿਰੋਧੀ ਪਾਰਟੀਆਂ ਕੋਈ ਇਨਫੋਰਮੇਸ਼ਨ। ਅੱਜ ਗੱਲਾਂ ਕਰਨ ਨੂੰ ਜੋ ਮਰਜ਼ੀ ਕਰ ਲੈਣ, ਜਦੋਂ ਤੱਕ ਇਹਨਾਂ ਨੂੰ, ਜੇਕਰ ਇਹਨਾਂ ਦੇ ਕੋਲ ਕੋਈ ਇਨਫੋਰਮੇਸ਼ਨ ਹੁੰਦੀ, ਜਿਵੇਂ ਅੱਜ ਕਈ ਮੇਰੇ ਵੀਰ ਕਹਿ ਰਹੇ ਨੇ ਕਿ ਕਰਪਸ਼ਨ ਨਾਲ ਲਿਬੜੇ ਹੋਏ ਨੇ, ਮੀਡੀਆ ਕਹਿ ਰਿਹਾ, ਜਾਂ ਕਈ ਵਿਧਾਇਕ ਆਮ ਆਦਮੀ ਪਾਰਟੀ ਦੇ ਲਿਬੜੇ ਹੋਏ ਨੇ, ਤੁਸੀਂ ਸਬੂਤ ਲਿਆਓ। ਮੈਂ ਤੁਹਾਨੂੰ ਪਹਿਲਾਂ ਵੀ ਬਾਰ-ਬਾਰ, ਸਾਡੇ ਸਾਰੇ ਪ੍ਰਵਕਤਾ ਇਹ ਗੱਲ ਕਹਿੰਦੇ ਰਹੇ ਆ, ਸਾਰੀ ਆਮ ਆਦਮੀ ਪਾਰਟੀ, ਇੱਕ ਵੀ ਸਬੂਤ ਲਿਆਓਗੇ ਤਾਂ ਨਾਲ ਦੀ ਨਾਲ ਪਾਰਟੀ ਦੇ ਵਿੱਚੋਂ ਬਰਖਾਸਤ ਔਰ ਸਲਾਖਾਂ ਦੇ ਪਿੱਛੇ ਹੋਏਗਾ। ਆਪਣੇ ਮੰਤਰੀ ਨੂੰ
ਭ੍ਰਿਸ਼ਟਾਚਾਰ ਦੀ ਇਨਕੁਆਇਰੀ ਕਰਕੇ, ਇੰਟਰਨਲ ਇਨਕੁਆਇਰੀ ਸੀਐਮ ਸਾਹਿਬ ਨੇ ਖੁਦ ਆਪਣੇ ਹੱਥ 'ਚ, ਜਦੋਂ ਤੱਕ ਉਹਨਾਂ ਨੂੰ ਯਕੀਨ ਨਹੀਂ ਹੋ ਗਿਆ, ਜਦੋਂ ਤੱਕ ਉਹਨਾਂ ਨੇ ਪੂਰੀ ਸਬੂਤ ਨਹੀਂ ਦੇਖ ਲਏ, ਉਦੋਂ ਤੱਕ ਕੋਈ ਵੀ ਮੁੱਖ ਮੰਤਰੀ ਇਹ ਨਹੀਂ ਚਾਹੂਗਾ ਕਿ ਅਸੀਂ ਆਪਣੀ ਪਾਰਟੀ ਜਾਂ ਆਪਣੀ ਸਰਕਾਰ ਦੇ ਉੱਤੇ ਕੋਈ ਦਾਗ ਲੱਗਣ ਦਿੱਤਾ ਜਾਵੇ। ਸੋ ਸਾਰੇ ਸਬੂਤਾਂ ਤੋਂ ਬਾਅਦ ਸਿੰਗਲਾ ਸਾਹਿਬ ਦੇ ਉੱਤੇ ਕਾਰਵਾਈ ਕੀਤੀ ਗਈ ਆ। ਇਹਨਾਂ ਨੇ ਤਾਂ ਸਰਕਾਰਾਂ ਨੂੰ ਭੰਡਣਾ ਹੀ ਹੁੰਦਾ। ਇਹ ਦੱਸਣ ਕਿ ਇਹਨਾਂ ਨੇ ਹੁਣ ਇਹਨਾਂ ਤੇ ਬਲੇਮ ਲੱਗਦੇ ਰਹੇ ਨੇ ਕਾਂਗਰਸ ਦੀਆਂ ਸਰਕਾਰਾਂ ਦੇ ਮੰਤਰੀਆਂ ਤੇ, ਇਹਨਾਂ ਦੇ ਕੈਪਟਨ ਸਾਹਿਬ ਕਹਿੰਦੇ ਰਹੇ ਨੇ, ਅਕਾਲੀ ਭਾਜਪਾ ਵੇਲੇ ਵੀ ਮੀਡੀਆ ਰਾਹੀਂ ਬਲੇਮ ਲੱਗਦੇ ਰਹੇ ਨੇ, ਕਿਉਂ ਨਹੀਂ ਕਾਰਵਾਈਆਂ ਹੋਈਆਂ, ਫਾਈਲਾਂ ਦੇ ਅੰਦਰ ਜਿੰਦਰੇ ਦੇ ਅੰਦਰੇ ਦਬ ਕੇ ਰਹਿ ਗਈਆਂ। ਇਹ ਜ਼ਰੂਰ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਦਿੰਦਾ ਕਿ ਸਭ ਤੋਂ ਪਹਿਲਾਂ ਜਦੋਂ ਕੋਈ ਵੀ ਕਰਪਸ਼ਨ ਕਿਸੇ ਵੀ ਗੱਲ ਦੀ ਕੀਤੀ ਹੋਵੇ, ਹਰ ਇੱਕ ਚੀਜ਼ ਦੀ ਜਾਂਚ ਹੋਏਗੀ, ਚਾਹੇ ਕਾਂਗਰਸ ਦੇ ਸਮੇਂ ਹੈ ਚਾਹੇ ਅਕਾਲੀ ਦਲ ਦੇ ਸਮੇਂ ਹੋਈ ਹੈ, ਸਾਰਿਆਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਏਗਾ। ਲੇਕਿਨ ਆਪਣੇ ਸੰਵਿਧਾਨ ਦੇ ਵਿੱਚ ਰਹਿ ਕੇ, ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿ ਕੇ ਉਹਨਾਂ ਤੇ ਕਾਰਵਾਈ ਹੋਏਗੀ ਔਰ ਜ਼ਰੂਰ ਹੋਏਗੀ। ਇਹ ਵਾਅਦਾ ਤੁਹਾਡੇ ਨਾਲ। ਮਾਨ ਸਰਕਾਰ ਇਹ ਵੀ ਗੱਲ ਫੈਸਲਾ ਕਰਦੀ ਸੀ, ਹਾਲਾਂਕਿ ਭਗਵੰਤ ਮਾਨ ਦਾ ਨਾਂ ਲੈ ਕੇ ਮੈਂ ਗੱਲ ਕਰਾਂ, ਭਗਵੰਤ ਮਾਨ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਰੱਖੀ ਸੀ ਕਿ ਸਾਧੂ ਸਿੰਘ ਧਰਮਸੋਤ ਨੂੰ ਵੀ ਡੱਕ ਦੇਾਂਗੇ। ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਉਹ ਵੀ ਦੇਖਿਓ ਹੁਣ ਕਹਿੰਦੇ ਦਿਖਾਈ ਦੇਣਗੇ ਕਿ ਸਿਰਫ ਤੇ ਸਿਰਫ ਮੈਨੂੰ ਵੀਆਈਪੀ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇ, ਵੀਆਈਪੀ ਸੈੱਲ ਦੇ ਵਿੱਚ ਹੀ ਰੱਖਿਆ ਜਾਵੇ। ਹਾਲਾਂਕਿ ਉਹ ਵਾਲਾ ਮੁੱਦਾ ਮਿੱਟੀ ਦੇ ਵਿੱਚ ਹੀ ਰੁਲ ਗਿਆ, ਉਹਦਾ ਪਤਾ ਹੀ ਨਹੀਂ ਲੱਗਿਆ। ਉਹਦੇ ਤੇ ਕੀ ਐਕਸ਼ਨ ਹੋ ਰਿਹਾ ਚਾਂਦੀ ਸਾਹਿਬ ਅੱਜ ਕੱਲ੍ਹ? ਦੇਖੋ ਚੰਨੀ ਜੀ, ਸਾਧੂ ਸਿੰਘ ਧਰਮਸੋਤ ਜੀ ਹੁਣ ਚਾਹੇ ਕੋਈ ਵੀ ਸਾਬਕਾ ਮੰਤਰੀ ਚਾਹੇ ਵਿਧਾਇਕ ਹੋਵੇ, ਸਭ ਤੇ ਕਾਰਵਾਈ ਹੋਊਗੀ, ਕਿਉਂਕਿ ਮਾਨ ਸਾਹਿਬ ਇਹ ਚਾਹੁੰਦੇ ਨੇ ਕਿ ਮੈਂ ਵਿਰੋਧੀਆਂ ਨੂੰ ਕੋਈ ਵੀ ਗੱਲ ਕਰਨ ਤੋਂ ਕਰਨ ਨਹੀਂ ਦੇਣੀ, ਕਿਉਂਕਿ ਜਦ ਵੀ ਕੋਈ ਕਾਰਵਾਈ ਹੁੰਦੀ ਹੈ ਤਾਂ ਪੂਰੇ ਸਬੂਤਾਂ ਦੇ ਸਣੇ ਔਰ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖ ਕੇ ਕੀਤੀ ਜਾਊਗੀ ਕਿ ਆਹ ਕੁਝ ਸਾਡੀ ਇਨਕੁਆਇਰੀ ਦੇ ਵਿੱਚ ਨਿਕਲਿਆ। ਪੰਜਾਬ ਦੀਆਂ ਏਜੰਸੀਆਂ ਪੂਰੀਆਂ ਪੱਬਾਂ ਭਾਰ ਨੇ, ਸਾਰੀਆਂ ਇਨਕੁਆਇਰੀਆਂ ਚੱਲ ਰਹੀਆਂ ਨੇ, ਸਾਰਿਆਂ ਦੇ ਉੱਤੇ ਕਾਰਵਾਈ ਸੰਭਵ ਹੈ, ਚਾਹੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕਿਉਂ ਨਾ ਹੋਵੇ, ਜਿੱਡਾ ਮਰਜ਼ੀ ਪ੍ਰਸ਼ਾਸਨਿਕ ਅਧਿਕਾਰੀ ਹੋਵੇ, ਜਿੱਡਾ ਮਰਜ਼ੀ ਪਾਰਟੀ ਦਾ, ਕਾਂਗਰਸ ਦਾ, ਅਕਾਲੀ ਦਲ ਦਾ, ਭਾਜਪਾ ਦਾ, ਕਿਸੇ ਦਾ ਵੀ ਕੋਈ ਲੀਡਰ ਹੋਵੇ, ਜੇਕਰ ਕੋਈ ਦੋਸ਼ੀ ਪਾਇਆ ਗਿਆ ਉਹ ਜੇਲ੍ਹ ਦੇ ਅੰਦਰ ਹੋਏਗਾ। ਔਰ ਪਰ ਇਹ ਮੈਂ ਵਾਅਦਾ ਕਰ ਦਿੰਦਾ, ਇਹ ਗੱਲਾਂ ਦੇ ਵਿੱਚ ਨਹੀਂ ਹੈ ਕਿ ਅੱਜ ਆਪਾਂ ਡਿਬੇਟ ਤੇ ਬੈਠੇ ਆ, ਗੱਲਾਂ ਕਰਕੇ ਮੈਂ ਅਗਲੀ ਡਿਬੇਟ ਤੇ ਚਲੇ ਜਾਣਾ। ਇਹ ਬਿਲਕੁਲ ਸਹੀ ਗੱਲ ਹੈ, ਕਿਉਂਕਿ ਕਰਪਸ਼ਨ ਹੋਈ ਆ, ਪੰਜਾਬ ਨੂੰ ਲੁੱਟਿਆ ਗਿਆ, ਦੋਏ ਹੱਥਾਂ ਨਾਲ ਰੱਜ ਕੇ ਲੁੱਟਿਆ ਗਿਆ। ਇਹ ਸਾਰਾ ਕੁਝ ਪੰਜਾਬ ਦੀ ਜਨਤਾ ਦੇ ਸਾਹਮਣੇ ਮਾਨ ਸਾਹਿਬ ਕੱਢ ਕੇ ਲਿਆਉਣਗੇ। ਪ੍ਰਦੀਪ ਮਾਨ ਜੀ, ਤੁਹਾਡਾ ਪੱਖ ਜਾਣਨਾ ਚਾਹਾਂਗਾ। ਹਾਲਾਂਕਿ ਮਾਨ ਸਰਕਾਰ ਵੱਲੋਂ ਇਹ ਨਾਂ ਵੀ ਲੈ ਦਿੱਤਾ ਗਿਆ ਸੀ ਸਾਧੂ ਸਿੰਘ ਧਰਮਸੋਤ ਦਾ, ਕਿਵੇਂ ਵੇਖ ਰਹੇ ਹੋ? ਆਪਣਾ ਮੰਤਰੀ ਵੀ ਭਗਵੰਤ ਮਾਨ ਵੱਲੋਂ ਨਹੀਂ ਬਖਸ਼ਿਆ ਗਿਆ, ਹਾਲਾਂਕਿ ਮੁੱਦਾ ਕਿਸੇ ਦੇ ਕੋਲ ਨਹੀਂ ਸੀ, ਕਿਸੇ ਦੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸੀ। ਹਾਂ, ਇਹ ਗੱਲ ਬਿਲਕੁਲ ਸਾਹਮਣੇ ਆਵੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਕਿਸ ਕੋਲ ਉਹ ਆਡੀਓ, ਉਹ ਵੀਡੀਓ ਸੀ, ਪਰੰਤੂ ਹੁਣ ਇਸ ਫੈਸਲੇ ਨੂੰ ਕਿਵੇਂ ਵੇਖ ਰਹੇ ਹੋ? ਉਹਨਾਂ ਵੱਲੋਂ ਸਿੱਧਾ ਇਸ਼ਾਰਾ ਕਰ ਦਿੱਤਾ ਗਿਆ ਕਿ ਕਾਂਗਰਸ ਟਾਈਮ ਵੀ ਕਰਪਸ਼ਨ ਹੋਈ ਹੈ, ਉਸ ਕਰਪਸ਼ਨ ਦੇ ਤਹਿਤ ਚਰਨਜੀਤ ਸਿੰਘ ਚੰਨੀ ਨੂੰ ਵੀ ਕਿਤੇ ਨਾ ਕਿਤੇ ਆਪਣੀ ਦੋਨੋਂ ਸੀਟਾਂ ਗਵਾਉਣੀਆਂ ਪਈਆਂ। ਉਹਨਾਂ ਦਾ ਵੀ ਜੋ ਰੈਕਡ ਸੀ, ਜੋ ਕੈਰੀਅਰ ਸੀ, ਕਾਫੀ ਜ਼ਿਆਦਾ ਡਾਊਨ ਗ੍ਰਾਫ ਤੇ ਆ ਚੁੱਕਾ ਸੀ। ਜੀ ਪ੍ਰਦੀਪ ਮਾਨ। ਚਰਨਜੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਜਿਹੜਾ ਕਰਪਟ ਬੰਦਾ ਹੈ, ਕੋਈ ਵੀ ਕਰਪਟ ਬੰਦਾ ਆ, ਜੇ ਉਹਦੇ ਖਿਲਾਫ ਇਹਨਾਂ ਨੂੰ ਸਬੂਤ ਮਿਲਦੇ ਨੇ ਤਾਂ ਉਹਨੂੰ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ, ਉਹਨੂੰ ਸਲਾਖਾਂ ਦੇ ਪਿੱਛੇ ਸਿੱਟਣਾ ਚਾਹੀਦਾ, ਚਾਹੇ ਉਹ ਕੋਈ ਕਾਂਗਰਸ ਸੀ, ਚਾਹੇ ਅਕਾਲੀ ਦਲ ਦਾ ਸੀ ਜਾਂ ਬੀਜੇਪੀ ਦਾ, ਜਾਂ ਕੋਈ ਵੀ ਹੋਵੇ ਜਿਹੜਾ ਨੂੰ ਲੱਗਦਾ ਆ ਤਾਂ ਉਹ ਕਰਪਟ ਸੀ। ਠੀਕ ਹੈ ਜੀ। ਤਾਂ ਦੂਜੀ ਗੱਲ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਚਰਨਜੀਤ ਜੀ, ਕਿਆ ਇਹ ਜੋ ਕੱਲ ਦੇ ਸਟੇਟਮੈਂਟਸ ਦੇ ਕੇ ਇਹ ਸਾਰੇ ਉਹਨਾਂ ਨੂੰ ਕਵਰ ਕਰ ਰਹੇ ਨੇ, ਆਪਣੇ ਵਿਜੇ ਸਿੰਗਲਾ ਜੀ ਨੂੰ, ਕਿਆ ਉਹਨਾਂ ਨਾਲ ਕਿਆ ਉਹ ਜਿਹੜਾ ਉਹਨਾਂ ਨੇ ਕਰਪਸ਼ਨ ਕੀਤੀ ਹੈ, ਜਿਹੜਾ 1% ਮੰਗਿਆ, ਠੀਕ ਹੈ ਜੀ, ਸਭ ਨੂੰ ਪਤਾ ਹੈ ਚਰਨਜੀਤ ਜੀ, ਇੱਕ ਆਫੀਸਰ ਨੇ, ਕੋਈ ਇਮਾਨਦਾਰ ਆਫੀਸਰ ਸੀ, ਇਮਾਨਦਾਰ ਆਫੀਸਰ ਤੋਂ ਉਹਨਾਂ ਨੇ ਮੰਗ ਕੀਤੀ, ਮਾਮੇ ਭਾਂਜੇ ਦਾ ਜਿਹੜਾ ਸਕੈਮ ਬਾਹਰ ਆਇਆ ਹੈ, ਉਹਨਾਂ ਨੇ ਉਹਨਾਂ ਨੂੰ ਸਕੈਮ ਨੂੰ ਬਾਹਰ ਕੱਢ ਕੇ ਲੈ ਕੇ ਆਂਦਾ ਹੈ, ਆਡੀਓ ਵਾਇਰਲ ਹੋਈ ਆ, ਤਾਂ ਉਹਨਾਂ ਤੋਂ ਡਿਮਾਂਡ ਕੀਤੀ ਗਈ ਸੀ ਤਾਂ ਉਹਨਾਂ ਨੇ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਦੇ ਬਾਹਰ ਹੈ। ਤਾਂ ਇਹ ਚੀਜ਼ਾਂ ਜੋ ਇਹ ਨੇ, ਚੋਰੀ ਲੱਖ ਦੀ ਵੀ ਕੱਖ ਦੀ ਵੀ ਪੰਜਾਬੀ ਚ ਕਹਾਵਤ ਹੈ। ਤਾਂ ਵੀ ਪਾਰਟੀ ਨੇ ਜਿਹੜੇ ਮੰਤਰੀ ਵਾਲੇ ਨੇ ਦੱਸਿਆ ਕਿ ਹੋਰ ਜਦੋਂ ਇਹ ਪੋਲੀਟੀਕਲ ਟੂਰਿਜ਼ਮ ਤੇ ਰਹਿੰਦੇ ਨੇ ਜਾਂ ਗੁਜਰਾਤ ਜਾਂਦੇ ਨੇ ਜਾਂ ਹਿਮਾਚਲ ਜਾਂਦੇ ਨੇ, ਉੱਥੇ ਜਾ ਕੇ ਕਹਿੰਦੇ ਨੇ ਕਿ ਅਸੀਂ ਤਾਂ ਜੀ ਕਰਪਸ਼ਨ ਖਤਮ ਕਰਤੀ ਪੰਜਾਬ 'ਚ। ਪਰ ਇਹਨਾਂ ਦੇ ਖੁਦ ਦੇ ਮੰਤਰੀ, ਇਹਨਾਂ ਦੇ ਖੁਦ ਹੀ ਸਿਹਤ ਮੰਤਰੀ ਆ ਜਿਹੜੇ ਉਹੀ ਸਕੈਮ ਦੇ ਵਿੱਚ ਆ ਰਹੇ ਨੇ। ਤਾਂ ਇੱਕ ਨਹੀਂ ਚਰਨਜੀਤ ਜੀ, ਬੈਕ ਟੂ ਬੈਕ 4 ਨੇ, ਬੈਕ ਟੂ ਬੈਕ 4 ਮੈਂ ਗਿਣਾ ਦਿੰਦਾ। ਸਭ ਤੋਂ ਪਹਿਲਾਂ ਪਠਾਨ ਮਾਜਰਾ ਜੀ ਸਨੌਰ ਵਾਲੇ, ਠੀਕ ਹੈ ਜੀ, ਉਹ ਬਾਅਦ ਡਾਕਟਰ ਵੀਰ ਨੇ ਪਟਿਆਲਾ ਤੋਂ, ਉਹਨਾਂ ਨੇ ਆਪਣੇ ਇਨਲॉज ਨਾਲ ਉਹਨਾਂ ਦਾ ਕੋਈ ਇਸ਼ੂ ਸੀਗਾ, ਉਹਨੇ ਜ਼ਮੀਨ ਹੜੱਪੀ ਸੀ, ਰੋਪੜ ਦੀ ਕੋਰਟ ਨੇ
ਫਿਰ ਸਾਡੇ ਤੋਂ ਸੀਗੇ ਆਪਣੇ ਅਮਰਗੜ੍ਹ ਦੇ ਐਮਐਲਏ, ਇਹਨਾਂ ਦੇ 40 ਕਰੋੜ ਰੁਪਏ ਦਾ ਐਸਬੀਆਈ ਦੇ ਨਾਲ ਉਹਨਾਂ ਦਾ ਗਬਨ ਸੀ, ਠੀਕ ਹੈ ਜੀ, ਉਹਦੇ ਵਿੱਚ ਆਏ ਹੋਏ ਨੇ। ਤਾਂ ਹੁਣ ਰੀਸੈਂਟਲੀ ਆਪਾਂ ਕੱਲ ਦੀ ਗੱਲ ਦੇਖੀ, ਵਿਜੇ ਸਿੰਗਲਾ ਜੀ ਨੇ, ਠੀਕ ਹੈ ਜੀ, ਵਿਜੇ ਸਿੰਗਲਾ ਜੀ ਮਾਨਸਾ ਤੋਂ, ਉਹੀ ਵਿਜੇ ਸਿੰਗਲਾ ਜੀ ਨੇ ਜਿਹੜੇ ਥਾਪੀ ਮਾਰ ਕੇ ਟਰੈਕਟਰ ਤੇ ਕਹਿੰਦੇ ਸੀਗੇ, ਉਹ ਵੀ ਆਮ ਆਦਮੀ ਪਾਰਟੀ ਵਾਲੇ ਹੀ ਤਾਂ ਮੰਨਦੇ ਆ ਨਾ ਕਿ ਹਾਂਜੀ ਐਲੀਗੇਸ਼ਨ ਲਾਉਣ ਨਾਲ ਇਹਨਾਂ ਦੇ ਐਲੀਗੇਸ਼ਨ ਨਹੀਂ ਦੂਰ ਹੋਣੇ, ਜੇ ਦੂਜੇ ਦੇ ਲਾ ਦਿੰਦੇ ਨੇ। ਇਹ ਆਰੋਪ ਪ੍ਰਤਿਆਰੋਪ ਦੀ ਜਿਹੜੀ ਰਾਜਨੀਤੀ ਹੈ ਇਹ ਇਕੱਲਾ ਚਰਨਜੀਤ ਜੀ, ਇਹ ਇਕੱਲਾ ਉਰੇ ਪੰਜਾਬ 'ਚ ਨਹੀਂ ਹੈ, ਇਹ ਦਿੱਲੀ 'ਚ ਵੀ ਹੈ। ਸੀਗੇ ਐਸਬੀਆਈ ਨੇ ਸੀਬੀਆਈ ਨੇ ਚਾਰਜਸ਼ੀਟ ਕੀਤਾ ਸੀ, 270% ਮੋਰ ਐਸੈਟ ਸੀਗੇ। ਤਾਂ ਉਹੀ ਇਹਨਾਂ ਦੇ ਇੱਕ ਕੇਜਰੀਵਾਲ ਸਾਹਿਬ ਜੀ ਦੇ ਆਪਣਾ ਬਾਂਸਲ ਸੀਗੇ, ਇਹਨਾਂ ਦੇ ਭਾਣਜਾ ਸੀ ਕੇਜਰੀਵਾਲ ਸਾਹਿਬ ਦਾ, ਉਹਦੇ ਤੇ ਵੀ ਆਪਣਾ ਪੀਡ ਸਕੈਮ ਦੇ ਵਿੱਚ ਆਏ ਹੋਏ ਸੀ। ਦਿੱਲੀ ਦੇ ਵਿੱਚ ਵੀ ਇਹ ਕਰਦੇ ਆਏ ਸੀ, ਤਾਂ ਪੰਜਾਬ ਵੀ ਇਹ ਦੌਰ ਸ਼ੁਰੂ ਹੋ ਗਿਆ ਆ। ਤਾਂ ਆਪਣੇ ਆਪ ਨੂੰ ਜਿਹੜਾ ਇਹ ਚਿੱਟਾ ਪਾ ਕੇ ਕਹਿੰਦੇ ਨੇ, ਸੱਤੇਵੇਂ ਵਿਜੇਤੇ ਦੀ ਗੱਲ ਕਰਦੇ ਨੇ ਕਿ ਅਸੀਂ ਬਹੁਤ ਇਮਾਨਦਾਰ ਹਾਂ, ਸਾਡੀ ਆਮ ਆਦਮੀ ਪਾਰਟੀ, ਅਸੀਂ ਬਹੁਤ ਇਮਾਨਦਾਰੀ ਦੀਆਂ ਵੱਡੇ ਵੱਡੇ ਦਾਅਵੇ ਕਰਦੇ ਨੇ। ਤਾਂ ਗੱਲ ਤਾਂ ਉੱਥੇ ਹੀ ਹੈ, ਗੱਲ ਤਾਂ ਹੋਈ ਨਾ, ਇਹਨਾਂ ਦੇ ਵਿੱਚ ਵੀ ਚੋਰੀ ਚਕਾਰੀ ਤਾਂ ਹੈਗੀ ਹੈ, ਚੋਰੀ ਤਾਂ ਇਹ ਕਰਨੀ ਸ਼ੁਰੂ ਤੋਂ ਹੀ ਲੱਗੇ ਨੇ, ਹਲੇ 60 ਦਿਨ ਨਹੀਂ ਹੋਏ। ਜਦੋਂ ਕਰਦੇ ਆ ਬੀਪੀਐਮ ਦੀ ਗੱਲ ਸਮਾਂ ਮੰਗਦੇ ਨੇ, ਠੀਕ ਹੈ ਜੀ, ਬੀਪੀਐਮ ਤੇ ਅਸੀਂ ਸਾਨੂੰ ਸਮਾਂ ਚਾਹੀਦਾ। ਕੋਈ ਅਸੀਂ ਬਿਜਲੀ ਦੀ ਗੱਲ ਕਰਦੇ ਆ, ਡਿਬੇਟ 'ਚ ਆ ਕੇ ਗਰੰਟੀ ਦੀ ਗੱਲ ਕਰਦੇ ਆ, ਕਹਿੰਦੇ ਸਾਨੂੰ ਸਮਾਂ ਦਿਓ। ਤੁਸੀਂ ਸਹਿਯੋਗ ਸਾਰੀਆਂ ਪਾਰਟੀਆਂ ਸਮਾਂ ਦੇ ਰਹੀਆਂ ਨੇ, ਸਾਰੇ ਪ੍ਰਵਕਤਾ ਕਹਿੰਦੇ 6 ਮਹੀਨੇ ਦਿੱਤੇ ਜੀ, ਤੁਹਾਨੂੰ ਸਾਲ ਵੀ ਦਿੱਤਾ ਜੀ। ਪਰ ਇਹ ਜਿਹੜਾ ਸਮੇਂ ਦੇ ਵਿੱਚ ਵੀ ਜਿਹੜਾ ਇਹਨਾਂ ਨੂੰ ਟਾਈਮ ਦੇ ਰਿਹਾ, ਇਹਦੇ ਵਿੱਚ ਵੀ ਸਮੇਂ ਦੇ ਨਾਲ ਲੋਕਾਂ ਨਾਲ ਧੋਖਾ ਕਰ ਰਹੇ ਨੇ। ਦਾ ਮਤਲਬ ਇਹ ਤਾਂ ਆਪਣੇ ਘਰ ਭਰਨ ਲੱਗ ਗਏ, ਪੈਸੇ ਲੁੱਟਣ ਲੱਗ ਗਏ, ਹੜੱਪਣ ਲੱਗ ਗਏ। ਇਹੀ ਇਹਨਾਂ ਨੇ, ਠੀਕ ਹੈ, ਪੰਚਾਇਤੀ ਜ਼ਮੀਨਾਂ ਦਾ ਫੈਸਲਾ ਅਸੀਂ ਕਹਿੰਦੇ ਆ, ਮੈਂ ਉਦੋਂ ਵੀ ਕਿਹਾ ਸੀ, ਫਿਰ ਵੀ ਕਹਿਣਾ, ਪੰਚਾਇਤੀ ਜ਼ਮੀਨਾਂ ਜਿਨ੍ਹਾਂ ਨੇ ਲੋਕਾਂ ਨੇ ਹੜੱਪੀਆਂ ਨੇ, ਚੰਗਾ ਫੈਸਲਾ ਛੁਡਾਈ ਜਾਵੇ। ਪਰ ਉਹਦੀ ਆੜ 'ਚ ਜਿਹੜੇ ਕਿਸਾਨ, ਛੋਟੇ ਕਿਸਾਨ ਨੇ, ਉਹਨਾਂ ਨਾਲ ਕੋਈ ਇਹ ਜਿਵੇਂ ਸ਼ੁਰੂ ਤੋਂ ਬਦਲਾਅ ਦੇ ਚੱਕਰ 'ਚ ਬਦਲਾਖੋਰੀ ਕਰ ਰਹੇ ਨਾ, ਛੋਟੇ ਕਿਸਾਨਾਂ 'ਚ ਬਦਲਾ ਲੈ, ਛੋਟੇ ਕਿਸਾਨਾਂ ਨੂੰ ਜ਼ਮੀਨ ਹੜੱਪ ਰਹੇ ਨੇ। ਇਹੀ ਕੇਸ ਆਪਾਂ ਨੇ ਦੇਖਿਆ ਜਦੋਂ ਸਟਾਰਟਿੰਗ ਆਈ ਸੀ, ਇਹਨਾਂ ਨੇ ਆਰਟੀਓ ਦੇ ਰੋਡ ਤੇ ਟਰੱਕ ਯੂਨੀਅਨਸ ਦੇਖਿਆ ਸੀ, ਦਨਾਲੀਆਂ ਕਰੀਆਂ ਸੀ, ਚੱਕ ਕੇ ਪੀੜੀਆਂ ਪੱਗਾਂ ਬੰਨ ਕੇ ਉੱਥੇ ਕਬਜ਼ੇ ਕਰ ਲਏ ਸੀ। ਠੀਕ ਹੈ, ਕੁਝ ਜਿਹੜੀ ਚੰਗੇ ਕੰਮ ਕਰਨਗੇ ਉਹਦੀ ਸ਼ਲਾਘਾ ਕਰਾਂਗੇ, ਠੀਕ ਹੈ, ਪਰ ਗੱਲ ਕਹਿਣ ਦੀ ਮੇਰੀ ਇਹੀ ਗੱਲ ਦੁਬਾਰਾ ਤੋਂ ਰਿਪੀਟ ਕਰ ਰਹੇ ਹਾਂ ਗੱਲ ਨੂੰ ਕਿ ਇਹਨਾਂ ਦੇ ਜਿਹੜੇ ਨੇ ਇਹਨਾਂ ਦੀ ਇਹ ਬਾਤ ਹੈ। ਲੁਧਿਆਣੇ ਦੇ ਐਮਐਲਏ ਸਾਹਿਬ ਦੇਖੇ ਸੀ, ਸਕੂਟਰ ਤੇ ਆਏ ਸੀ, ਨੋਮੀਨੇਸ਼ਨ ਭਰਨ ਸਕੂਟਰ ਤੇ ਆਏ ਸੀ, ਠੀਕ ਹੈ ਜੀ। ਉਹਦੇ ਹੀ 15 ਦਿਨਾਂ ਬਾਅਦ ਫਿਰ ਉਹਨਾਂ ਦੀ ਕਾਰ ਦੇਖੀ 1.5 ਕਰੋੜ ਰੁਪਏ ਦੀ, ਸਾਰਿਆਂ ਨੇ ਦੇਖੀ ਨਾ, 1.5 ਕਰੋੜ ਦੀ ਕਾਰ ਦੇ ਵਿੱਚ ਬੈਠ ਕਹਿੰਦੇ ਇਹ ਤਾਂ ਮੇਰੇ ਬੇਟੇ ਦਾ, ਮੈਂ ਤਾਂ ਤੁਸੀਂ ਆਪਣੇ ਮਾਨ ਸਾਹਿਬ ਸੀਗੇ, ਮਾਨ ਸਾਹਿਬ ਪਹਿਲਾਂ ਸਾਈਕਲ ਤੇ ਆਏ, ਅਗਲੇ ਦਿਨ ਦੇਖਿਆ, ਅਗਲੇ ਦਿਨ ਫੋਰਚੂਨਰ 'ਚ ਆ ਗਏ। ਤਾਂ ਜਿਹੜਾ ਤੁਸੀਂ ਸਟੈਂਡਰਡ ਮੇਨਟੇਨ ਕਰਿਆ ਤਾਂ ਉਹਨੂੰ ਰੱਖੋ। ਫਿਰ ਤੁਸੀਂ ਸਰਕਸ ਕਰਕੇ ਡਰਾਮੇਬਾਜ਼ੀ ਨਾ ਕਰੋ। ਡਰਾਮੇਬਾਜ਼ੀ ਲੋਕਾਂ ਨੂੰ ਲੋਕ ਪੰਜਾਬ ਦੇ ਕਿਆ ਬੇਵਕੂਫ ਨੇ? ਕਿਆ ਲੋਕ ਪਹਿਲਾਂ ਵਾਲੇ ਪੰਜਾਬੀ ਸਮਝ ਰਹੇ ਹੋ ਕਿ ਲੋਕਾਂ ਨੂੰ ਪਤਾ ਹੀ ਨਹੀਂ ਕੁਛ? ਅੱਜ ਕੱਲ ਹਰ ਕਿਸਾਨ ਦਾ ਪੁੱਤ, ਹਰ ਪੰਜਾਬੀ ਪੜ੍ਹਿਆ ਲਿਆ, ਹਰ ਦੇ ਹੱਥ ਮੋਬਾਈਲ ਹੈ, ਸਭ ਨੂੰ ਪਤਾ ਤੁਸੀਂ ਰਹੇ ਹੋ, ਸਾਰੇ ਪੰਜਾਬੀ ਅਵੇਅਰ ਨੇ। ਸੋ ਲੋਕਾਂ ਨੂੰ ਬੇਵਕੂਫ ਨਾ ਬਣਾਓ। ਤਾਂ ਜਿਹੜਾ ਤੁਹਾਡਾ ਇਹ ਸਕੈਮ ਬਾਹਰ ਨਿਕਲ ਕੇ ਆਇਆ, ਇਹਨੂੰ ਜਨਤਕ ਕਰੋ। ਸਾਰੇ ਕਹਿ ਰਹੇ ਨੇ ਕਿ ਅਗਰ ਤੁਸੀਂ ਆਡੀਓ ਆਈ ਹੈ ਜਾਂ ਤੁਸੀਂ ਤੁਸੀਂ ਕਹਿੰਦੇ ਹੋ ਕਿ ਅਸੀਂ ਆਪਣੇ ਤੇ ਕਾਰਵਾਈ ਕਰਤੀ ਮੰਤਰੀ ਦੇ, ਤਾਂ ਤੁਸੀਂ ਦੱਸੋ ਤਾਂ ਸਹੀ ਨਾ ਕਿ ਹਾਂਜੀ ਆਹ ਬੇਸ ਬਣਾ ਕੇ ਤੁਸੀਂ ਆਹ ਆਡੀਓ ਵਾਇਰਲ ਕਰ ਦਿਓ। ਜਦ ਬੰਦਾ ਹੀ ਬਾਹਰ ਆ ਗਿਆ, ਜਦ ਬੰਦਾ ਹੀ ਤੁਸੀਂ ਫੜ ਕੇ ਜੇਲ੍ਹ 'ਚ ਦੇਣ ਲੱਗੇ, ਉਹਦੀ ਆਡੀਓ ਵੀ ਵਾਇਰਲ ਕਰ ਦਿਓ ਵੀ ਇਹਨੇ ਆਹ ਡਿਮਾਂਡ ਕੀਤੀ ਸੀ, ਆਹ ਚੀਜ਼ ਬੰਦੇ ਤੋਂ ਮੰਗ ਰਿਹਾ ਸੀ। ਕਲੀਅਰ ਤਾਂ ਹੋਵੇ ਨਾ। ਜੀ ਧਾਲੀਵਾਲ ਸਾਹਿਬ, ਤੁਹਾਡਾ ਪੱਖ ਜਾਣਨਾ ਚਾਹਾਂਗਾ। ਹਾਲਾਂਕਿ ਪ੍ਰਦੀਪ ਮਾਨ ਜੀ ਵੱਲੋਂ ਵੀ ਇੱਕ ਗੱਲ ਰੱਖੀ ਗਈ ਹੈ ਕਿ ਕਿਤੇ ਨਾ ਕਿਤੇ ਸਿਰਫ ਤੇ ਸਿਰਫ ਇੱਕ ਸ਼ੋਸ਼ੇਬਾਜ਼ੀ, ਇੱਕ ਡਰਾਮੇਬਾਜ਼ੀ ਦੇ ਤਹਿਤ ਤੇ ਐਕਸ਼ਨ ਲਿੱਤਾ ਗਿਆ, ਪਰੰਤੂ ਕਿਵੇਂ ਵੇਖਦੇ ਹੋ ਜੇਕਰ ਮਾਨ ਸਰਕਾਰ ਨੇ ਆਪਣਾ ਮੰਤਰੀ ਵੀ ਨਹੀਂ ਬਖਸ਼ਿਆ, ਕਿਉਂਕਿ ਕੁਝ ਮੰਤਰੀਆਂ ਦੇ ਨਾਮ ਹੈ ਨਸ਼ਰ ਨਹੀਂ ਕਰ ਸਕਦਾ, ਇਸ ਸਮੇਂ ਨਹੀਂ ਦੱਸ ਸਕਦਾ, ਕਿਉਂਕਿ ਬਿਨਾਂ ਸਬੂਤਾਂ ਤੋਂ ਜੇ ਇੱਕ ਪੱਤਰਕਾਰ ਇਹ ਗੱਲਾਂ ਦੱਸੇ ਤਾਂ ਕਿਤੇ ਨਾ ਕਿਤੇ ਕਿਸੇ ਪਾਰਟੀ ਦਾ ਪੱਖਪਾਤ ਦਾ ਇਲਜ਼ਾਮ ਲੱਗ ਜਾਂਦਾ। ਪਰੰਤੂ ਇਸ਼ਾਰਿਆਂ ਦੇ ਵਿੱਚ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ ਕਿ 2 ਮੰਤਰੀ ਅਕਾਲੀ ਦਲ ਦੇ ਵੀ ਨੇ ਜਿਨ੍ਹਾਂ ਤੇ ਤਕਰੀਬਨ ਕਹਿੰਦੇ ਨੇ ਗਾਜ ਗਿਰ ਚੁੱਕੀ ਹੈ। ਉਹਨਾਂ ਦਾ ਸਾਰਾ ਡੇਟਾ, ਜਿਹੜੀ ਇੰਟੈਲੀਜੈਂਸ ਹੈ, ਉਹਨਾਂ ਨੇ ਸਾਰਾ ਡੇਟਾ, ਸਾਰੀ ਕੁੰਡਲੀ ਉਹਨਾਂ ਦੀ ਕੱਢ ਲਈ ਹੈ, ਜੋ ਉਹਨਾਂ ਦੇ ਵੱਲੋਂ ਘੁਟਾਲਾ ਕੀਤਾ ਗਿਆ ਸੀ, ਖਾਸ ਕਰਕੇ ਇੱਕ ਵਾਟਰ ਸਕੈਂਡਲ ਹੋਇਆ ਸੀ ਉਸ ਦੇ ਰਿਲੇਟਡ। ਤੇ ਹੁਣ ਜਿਹੜਾ ਇਹ ਫੈਸਲਾ ਹੋਇਆ ਮਾਨ ਸਰਕਾਰ ਵੱਲੋਂ ਲਿਆ ਗਿਆ, ਕਿਵੇਂ ਵੇਖਦੇ ਹੋ ਇਸ ਨੂੰ? ਦੇਖੋ ਚਰਨਜੀਤ ਜੀ, ਜਿੱਥੇ ਤੱਕ ਤੁਸੀਂ ਕਹਿ ਰਹੇ ਹੋ ਵੀ ਇਸ਼ਾਰਾ ਕਰ ਰਹੇ ਹੋ ਵੀ ਅਕਾਲੀ ਮੰਤਰੀਆਂ ਤੇ ਵੀ ਗਾਜ ਡਿੱਗਣ ਵਾਲੀ ਕੋਈ ਸੱਚਾਈ, ਮੈਂ ਵੀ ਨਿਊਜ਼ ਦੇਖ ਰਿਹਾ ਤਕਰੀਬਨ ਚੱਲ ਰਹੀ ਹੈ। ਦੇਖੋ, ਜੇ ਕਿਸੇ ਨੇ ਕੋਈ ਪੰਜਾਬ ਦੇ ਲੋਕਾਂ ਦੇ ਜਾਂ ਪੰਜਾਬ ਸਰਕਾਰ ਦੇ ਪੈਸਿਆਂ ਦੀ ਦੁਰਵਰਤੋਂ ਕੀਤੀ, ਆਪਦੇ ਹੱਕ ਵਾਸਤੇ ਕਰਪਸ਼ਨ ਕੀਤੀ ਆ, ਕੋਈ ਵੀ ਹੋਵੇ ਉਹਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜੇ ਕੀਤੀ ਆ, ਇਹ ਸਹੀ ਤਰੀਕੇ ਨਾਲ ਜਾਂਚ ਕਰਕੇ ਜੋ ਦੋਸ਼ੀ ਹੁੰਦੇ ਅਸੀਂ ਉਹਦਾ ਵੈਲਕਮ ਕਰਦੇ ਹਾਂ ਜੀ। ਇਹ ਹੁਣ ਨਵਾਂ ਜ਼ਮਾਨਾ, ਨਵੀਂ ਸੋਚ ਆ ਵੀ ਕੋਈ ਬੰਦਾ ਹੋਵੇ, ਹਮੇਸ਼ਾ ਉਹ ਨਹੀਂ ਲਕੀਰ ਦਾ ਫਕੀਰ ਬਣਨ ਦੀ ਲੋੜ ਨਹੀਂ ਸਾਨੂੰ। ਜੋ ਕੋਈ ਬੰਦਾ ਗਲਤ ਕਰਦਾ ਉਹਦੇ ਖਿਲਾਫ ਆਵਾਜ਼ ਚੱਕਾਂਗੇ,
ਇਹੀ ਬੇਨਤੀ ਮੈਂ ਇਹਨਾਂ ਨੂੰ ਕਰਨਾ ਚਾਹੁੰਦਾ, ਆਮ ਆਦਮੀ ਪਾਰਟੀ ਵਾਲੇ ਵੀਰਾਂ ਨੂੰ। 92 MLA ਪੰਜਾਬ ਦੇ ਲੋਕਾਂ ਨੇ ਆਪਦੇ ਹੱਕ ਹਲਾਲ ਦੀ ਕਮਾਈ ਨਾਲ, ਆਪਦੀ ਮਿਹਨਤ ਨਾਲ ਬਣਾਏ, ਪਰ 92 MLA ਨੂੰ ਬੇਨਤੀ ਆ ਵੀ ਬਣਨ ਤੋਂ ਬਾਅਦ ਏਦਾਂ ਡਰ ਕੇ ਬਹਿ ਗਏ ਆ ਵੀ ਕਿਤੇ ਚੂੰ ਵੀ ਨਹੀਂ ਕਰਦੇ। ਕੋਈ ਫੈਸਲਾ ਦਿੱਲੀ ਤੋਂ ਆ ਜੇ ਚੁੱਪ ਕਰਕੇ ਐਕਸੈਪਟ ਕਰਦੇ ਆ। ਪੰਜਾਬ ਦੇ ਨਾਲ ਕਿੱਥੇ ਕਿੱਥੇ ਧੱਕੇ ਹੋਏ, ਕਿੱਥੇ ਕਿੱਥੇ ਪੰਜਾਬ ਦੇ ਹੱਕਾਂ ਨੂੰ ਦਬਾਇਆ ਗਿਆ, ਭਾਵੇਂ ਪਿੱਛੇ ਜੇ ਮੈਂ ਕਹੂੰਗਾ ਵੀ 5 ਰਾਜ ਸਭਾ MP ਦਿੱਤੇ ਵੀ ਕੋਈ ਨਹੀਂ ਬੋਲਿਆ। ਸੋ ਇਹ ਗੱਲਾਂ ਅੱਜ ਇਹਨਾਂ ਨੂੰ ਇਹ ਇਤਿਹਾਸ ਲਿਖੀਆਂ ਜਾਣੀਆਂ ਨੇ। ਜੇ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾ ਕੇ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਭੇਜਤਾ ਤਾਂ ਤੁਹਾਡਾ ਫਰਜ਼ ਬਣਦਾ ਵੀ ਪੰਜਾਬ ਦੇ ਹੱਕਾਂ ਦੀ ਤੁਸੀਂ ਰਾਖੀ ਕਰਨੀ ਹੈ। ਜਿਹੜੀ ਆਪਾਂ ਕਰੀਏ ਵਿਜੇ ਸਿੰਗਲਾ ਦੇ ਐਪੀਸੋਡ ਦੀ ਗੱਲ, ਵੀ ਵਿਜੇ ਸਿੰਗਲਾ ਦਾ ਜਿਹੜਾ ਵੀ ਉਹਨੇ ਕਰਪਸ਼ਨ ਕੀਤੀ ਉਹਨਾਂ ਨੂੰ ਇਹਨਾਂ ਨੇ ਪਾਰਟੀ ਚੋਂ ਕੱਢਤਾ, ਪਰਚਾ ਦਿੱਤਾ, ਅੰਦਰ ਕਰਤਾ। ਅਸੀਂ ਵੈਲਕਮ ਕਰਦੇ ਹਾਂ, ਚੰਗਾ ਕੀਤਾ। ਪਰ ਜਿਹੜੇ ਹੋਰ MLA ਆ ਜਿਨ੍ਹਾਂ ਦੇ ਉੱਤੇ 50 ਕਰੋੜ ਦੇ ਸਕੈਮ ਦਾ ਇਹਨਾਂ ਤੇ ਲੱਗਿਆ, ਆਪਣੇ ਅਮਰਗੜ੍ਹ ਵਾਲੇ MLA ਤੇ ਇੱਕ ਯਾਤਰੀਆਂ ਦੇ FIR ਦਰਜ ਹੋਈ, ਹੋਰ ਲੁਧਿਆਣੇ ਕਿੰਨੇ MLA ਹੈ ਜਿਹੜੇ। ਚਰਨਜੀਤ ਜੀ ਮੈਂ ਗੱਲ ਕਹੂੰਗਾ ਵੀ ਜੇ ਆਪਾਂ ਮਾਰਕੀਟ 'ਚ ਜਾਈਏ ਨਾ ਤੇ ਬੜੇ ਬੰਦੇ ਇਹੋ ਜਿਹੇ ਮਿਲ ਜਾਂਦੇ ਆ, ਬਾਈ ਜੀ ਕੰਮ ਦੱਸੋ, ਦਿੱਲੀ ਤੋਂ ਆਏ, ਬਾਈ ਜੀ ਕੰਮ ਦੱਸੋ। ਅੱਜ ਇੱਕ ਪ੍ਰੈਸ ਕਾਨਫਰੰਸ 'ਚ ਮੈਂ ਦੇਖਿਆ 2-3 ਤਾਂ ਬੰਦਿਆਂ ਦੇ ਨਾਂ ਲੈ ਗਏ ਵੀ 50 ਨੰਬਰ ਸਰਕਾਰੀ ਕੋਠੀ ਦੇ ਵਿੱਚ ਰਹਿ ਰਿਹਾ ਦਿੱਲੀ ਤੋਂ ਆ ਕੇ, ਤੇ ਪੰਜਾਬ ਦੇ ਵਿੱਚ ਲੋਕਾਂ ਨੂੰ ਬਾਂਹ ਮਰੋੜਨ ਦੀ ਕੋਸ਼ਿਸ਼ ਕਰ ਰਿਹਾ, ਲੋਕਾਂ ਤੋਂ ਸਿੱਧੇ ਜਾਂ ਅਸਿੱਧੇ ਤੌਰ ਤੇ ਆਪਣੀ ਸਰਕਾਰ ਵਾਸਤੇ, ਆਪਣੀ ਪਾਰਟੀ ਵਾਸਤੇ ਪੈਸੇ ਮੰਗ ਰਹੇ। ਸੋ ਮੈਂ ਗੱਲ ਕਹਿੰਦਾ ਵੀ ਕੀਤਾ, ਚੰਗਾ ਕੀਤਾ, ਪਰ ਗਾਂ ਵਾਸਤੇ ਵੀ ਤਿਆਰ ਰਹਿਣ। ਹੋਰ ਬੜੇ ਬੰਦੇ ਨੇ, ਬਹੁਤ ਬੰਦੇ ਨੇ। ਅਸੀਂ ਪਹਿਲਾਂ ਵੀ ਰੌਲਾ ਪਾਉਂਦੇ ਸੀ ਵੀ ਜਿਨ੍ਹਾਂ ਨੂੰ ਹੋਰਾਂ ਪਾਰਟੀਆਂ ਜਗ੍ਹਾ ਨਹੀਂ ਮਿਲੀ, ਜਿਨ੍ਹਾਂ ਦੇ ਵੱਡੇ ਵੱਡੇ ਕਰਪਸ਼ਨ ਦੇ ਦਾਗ ਸੀ, ਉਹ ਇਹਨਾਂ ਦੀ ਪਾਰਟੀ ਚ ਆ ਕੇ ਇਹਨਾਂ ਨੇ ਸਾਫ਼ ਸੁਥਰੇ ਕਰਤੇ। ਇਹਨਾਂ ਦਾ ਫਰੈਸ਼ਰ MLA ਸੀਗਾ, ਮੰਤਰੀ ਬਣਾਇਆ, ਇਹਨਾਂ ਦੀ ਟੀਮ ਦਾ ਮੈਂਬਰ ਸੀ। ਸਭ ਤੋਂ ਮੁੱਖ ਮੰਤਰੀ ਤੋਂ ਬਾਅਦ ਕੌਣ ਹੁੰਦੇ? ਮਿਨਿਸਟਰ। ਤੇ ਮਿਨਿਸਟਰ ਵੀ ਮਹਿਕਮਾ ਹੈ ਜਾਂ ਹੈਲਥ ਮਿਨਿਸਟਰ, ਜਿਨ੍ਹਾਂ ਨੂੰ ਦਿੱਤਾ ਹੋਏਗਾ ਕੇਜਰੀਵਾਲ ਸਾਹਿਬ ਨੇ ਜਾਂ ਭਗਵੰਤ ਮਾਨ ਸਾਹਿਬ ਨੇ, ਕੋਈ ਸਲਾਹ ਮਸ਼ਵਰਾ ਕਰਕੇ ਸਭ ਤੋਂ ਨਜ਼ਦੀਕੀ ਬੰਦੇ ਨੂੰ ਪਤਾ ਦਿੰਦਾ। ਕਿੰਨੇ ਵੱਡੇ ਵੱਡੇ ਬੰਦੇ, ਪੁਰਾਣੇ ਬੰਦੇ ਇਗਨੋਰ ਕਰਕੇ ਉਹਨਾਂ ਨੂੰ ਬਣਾਇਆ ਗਿਆ। ਜੇ ਉਹ ਵੀ ਕਰਪਸ਼ਨ ਕਰੀ ਜਾਂਦੇ ਆ ਤਾਂ ਜਿਹੜੇ ਹੋਰਾਂ ਪਾਰਟੀਆਂ ਜੋ ਸੱਜੇ ਖੱਬੇ ਕਈਆਂ ਪਾਰਟੀਆਂ ਸਵਾਦ ਲੈ ਕੇ ਆਏ ਤੇ ਉਹ ਅੱਜ ਕੀ ਕਰ ਰਹੇ ਹੋਣਗੇ ਜੀ, ਤੁਸੀਂ ਆਪ ਸਮਝ ਸਕਦੇ ਹੋ। ਉਹਨਾਂ ਨੂੰ ਨਕੇਲ ਕੌਣ ਕੱਸੂਗਾ? ਜਿਨ੍ਹਾਂ ਨੇ ਆਪਦੇ ਰਿਸ਼ਤੇਦਾਰ OSD ਰੱਖ ਲਏ, ਆਪਦੇ ਰਿਸ਼ਤੇਦਾਰ ਦਫ਼ਤਰਾਂ 'ਚ ਬਿਠਾਉਣ ਲੱਗੇ, ਅਫਸਰਾਂ ਨੂੰ ਹੁਕਮ ਕਰਦਾ ਵੀ ਜੇ ਮੇਰਾ ਰਿਸ਼ਤੇਦਾਰ ਆਊਗਾ ਤਾਂ ਕੰਮ ਹੋਣਾ, ਨਹੀਂ ਤਾਂ ਨਹੀਂ ਹੋਣਾ। ਮੈਂ ਇਹ ਗੱਲ ਕਹਿੰਦਾ ਵੀ ਪੰਜਾਬ ਦੇ ਲੋਕ ਕੀ ਚਾਹੁੰਦੇ ਆ। ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਕਿਹਾ ਸੀ ਵੀ ਅਸੀਂ ਆ ਕੇ ਪਾਲਿਸੀਆਂ ਬਣਾਵਾਂਗੇ, ਰੇਤੇ ਤੋਂ ਅਸੀਂ ਇੰਨੇ ਪੈਸੇ ਇਕੱਠੇ ਕਰਾਂਗੇ, ਅਸੀਂ ਸ਼ਰਾਬ ਤੋਂ ਇੰਨੇ ਪੈਸੇ ਇਕੱਠੇ ਕਰਾਂਗੇ, ਪੰਜਾਬ ਦਾ ਰੈਵਨਿਊ ਜਨਰੇਟ ਕਰਾਂਗੇ। ਦੱਸਣ ਪੰਜਾਬ ਦਾ ਰੈਵਨਿਊ ਜਨਰੇਟ ਕਰਨ ਵਾਸਤੇ ਕਿਹੜਾ ਸਟੈਪ ਇਹਨਾਂ ਨੇ ਚੱਕਿਆ, ਕਿਹੜੀ ਸੈਂਡ ਦੀ ਇਹੋ ਜਿਹੀ ਮਾਈਨਿੰਗ ਬਣਾਤੀ ਜਿਹਦੇ ਨਾਲ ਇਹਨਾਂ ਨੂੰ ਰੈਵਨਿਊ ਵੀ ਆਉਣ ਲੱਗਿਆ ਤੇ ਲੋਕ ਵੀ ਸੌਖੇ ਹੋ ਗਏ। ਤੁਸੀਂ ਮਾਰਕੀਟ ਚ ਆਓ, ਸਰਵੇ ਕਰੋ, ਰੇਤਾ ਦਾ ਰੇਟ ਤਾਂ ਅਸਮਾਨ ਨੂੰ ਛੂ ਗਿਆ ਵਾ, ਕਿਉਂਕਿ ਉਹਦੇ ਵਿੱਚ ਕੋਈ ਕੰਟਰੋਲ ਨਹੀਂ। ਲੋਕ ਇੰਨੇ ਜ਼ਿਆਦਾ ਗਰੀਬ ਜਿਹਦੇ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ। ਉਹਨਾਂ ਚੀਜ਼ਾਂ ਵਾਸਤੇ ਲੋਕਾਂ ਵੱਲ ਧਿਆਨ ਦੇਣ, ਉਹ ਚੀਜ਼ਾਂ ਵੱਲ ਇਹਨਾਂ ਦਾ ਧਿਆਨ ਹੀ ਹੈ ਨਹੀਂ। ਸੋਸ਼ਲ ਮੀਡੀਆ ਜਾਂ ਅਖਬਾਰਾਂ ਦੇ ਐਡ ਦੇ ਕੇ ਪੰਜਾਬ ਦਾ ਪੈਸਾ ਇਹਨਾਂ ਸਟੇਟਾਂ ਲਟਾਉਣ ਦਾ ਕੋਈ ਫਾਇਦਾ ਨਹੀਂ। ਪੰਜਾਬ ਦੇ ਲੋਕਾਂ ਵਾਸਤੇ, ਪੰਜਾਬ ਦੀ ਹਮਾਇਤ ਵਾਸਤੇ ਕੁਝ ਨਾ ਕੁਝ ਕਰਨ ਤੇ ਅਸੀਂ ਉਹਨਾਂ ਦਾ ਪਾਰਟੀ ਬਾਜੀ ਤੋਂ ਉੱਠ ਕੇ ਵੈਲਕਮ ਕਰਾਂਗੇ। ਜੀ ਚੰਦੀ ਸਾਹਿਬ, ਕੀ ਕਹਿਣਾ ਚਾਹੋਗੇ? ਪ੍ਰਭਜੋਤ ਧਾਲੀਵਾਲ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਸਿਰਫ ਤੇ ਸਿਰਫ ਇੱਕ ਇਸ਼ਾਰਿਆਂ ਦੇ ਵਿੱਚ ਹੀ ਕਹਿਤਾ ਕਿ ਫੋਕੀ ਸ਼ੌਹਰਤ ਹੈ ਤੇ ਕੀ ਕੁਝ ਕੀਤਾ ਹੈ ਸਭ ਨੂੰ ਪਤਾ ਹੈ। ਕੀ ਕਹਿਣਾ ਚਾਹੋਗੇ ਇਸ ਦਾ, ਕੀ ਪ੍ਰਤੀਕਿਰਿਆ ਦੇ ਰਹੇ ਹੋ ਇਸ ਚੀਜ਼ ਤੇ ਜੋ ਧਾਲੀਵਾਲ ਸਾਹਿਬ ਨੇ? ਮੈਂ ਪੈਨਲ ਦੇ ਵਿੱਚ ਬੈਠੇ ਸਾਰੇ ਮੇਰੇ ਵੀਰਾਂ ਨੂੰ ਇਹ ਪੁੱਛਣਾ ਚਾਹੁੰਦਾ, ਇੱਕ ਸਿਆਸਤ ਤੋਂ ਪਰੇ ਹਟ ਕੇ ਕੀ ਤੁਸੀਂ ਇਹ ਮੰਨਦੇ ਹੋ ਜੇਕਰ ਵਿਜੇ ਸਿੰਗਲਾ ਜੀ ਨੇ ਕਮਿਸ਼ਨ ਮੰਗਣ ਦੇ ਤੌਰ ਤੇ ਭ੍ਰਿਸ਼ਟਾਚਾਰ ਕਰਨ ਦੀ ਕੋਸ਼ਿਸ਼ ਕੀਤੀ, ਜੇਕਰ ਇਹ ਵਾਕਈ ਸਹੀ ਹੈ, ਸੱਚ ਹੈ, ਤਾਂ ਫਿਰ ਤੁਹਾਡੀਆਂ ਸਰਕਾਰਾਂ ਵੇਲੇ ਮੰਤਰੀਆਂ ਨੇ ਕਿੰਨੇ ਕਰੋੜਾਂ ਦਾ ਭ੍ਰਿਸ਼ਟਾਚਾਰ ਕੀਤਾ ਹੋਣਾ? ਨੰਬਰ 1। ਨੰਬਰ 2, 1 ਰੁਪਈਆ ਇਹ ਚੰਡੀਗੜ੍ਹ ਤੋਂ ਚੱਲਦਾ ਹੈ, ਜਦੋਂ 100 ਕਿਲੋਮੀਟਰ ਜਾ ਕੇ ਉਹ ਲੱਗਦਾ ਹੈ ਤਾਂ ਉਹ 20 ਤੋਂ 25 ਪੈਸੇ ਹੀ ਰਹਿ ਜਾਂਦੇ ਸੀ। 25 ਪੈਸੇ ਜੇਕਰ ਉਹ ਲੱਗਦੇ ਸੀ ਤਾਂ ਉਹ ਵੀ ਨਾ ਮਾਤਰੀ ਦਿਖਦਾ ਸੀ। ਸਾਲ 2 ਸਾਲ ਬਾਅਦ ਡਿਮੋਲਿਸ਼ ਹੋ ਜਾਂਦੇ ਸੀ ਜੇਕਰ ਕੋਈ ਵਿਕਾਸ ਦਾ ਕੰਮ ਹੁੰਦਾ ਸੀ ਜੀ। ਜੇਕਰ ਇਹੀ ਹੈਲਥ ਡਿਪਾਰਟਮੈਂਟ ਨੂੰ ਲੈ ਕੇ ਆਪਾਂ ਲਾਈਏ, ਹੈਲਥ ਡਿਪਾਰਟਮੈਂਟ ਦੇ ਵਿੱਚ 1 ਸਾਲ ਦੇ ਵਿੱਚ ਕਈ 100 ਕਰੋੜ ਰੁਪਏ ਦੀਆਂ ਦਵਾਈਆਂ ਦੇ ਟੈਂਡਰ ਲੱਗਦੇ ਨੇ। ਉਹ ਲੁੱਟ ਕਿਸ ਦੀ ਹੈ? ਨਾ ਪੰਜਾਬ ਸਰਕਾਰ ਲੁੱਟੀ ਜਾ ਰਹੀ ਹੈ, ਨਾ ਹੀ ਆਮ ਆਦਮੀ ਪਾਰਟੀ ਲੁੱਟੀ ਜਾ ਰਹੀ ਹੈ, ਲੁੱਟੇ ਜਾ ਰਹੇ ਨੇ ਪੰਜਾਬ ਦੇ ਲੋਕ। ਆਪਾਂ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹਾਂ, ਸਰਕਾਰ ਕਿਸੇ ਦੀ ਵੀ ਹੋਵੇ। ਸੋ ਆਪਾਂ ਸਿਆਸਤ ਤੋਂ ਪ੍ਰੇਰਿਤ ਗੱਲਾਂ ਤੋਂ ਪਰੇ ਹਟ ਕੇ ਅੱਜ ਵੀ ਮੌਕਾ ਹੈ ਆਪਾਂ ਪੰਜਾਬ ਦੇ ਲੋਕਾਂ ਬਾਰੇ ਸੋਚੀਏ। ਮਾਨ ਸਾਹਿਬ ਇੱਕ ਗੱਲ ਕਲੀਅਰ ਕਰ ਚੁੱਕੇ ਨੇ, ਮੰਤਰੀ ਤੁਸੀਂ ਲਾਇਆ, ਕੇਜਰੀਵਾਲ ਸਾਹਿਬ ਲਾਇਆ ਮੰਤਰੀ, ਇਮਾਨਦਾਰ ਮੰਤਰੀ,
ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚਾਹੇ ਕੁਝ ਵੀ ਹੋਵੇ, ਲੇਕਿਨ ਨੇਕ ਨੀਅਤ ਔਰ ਇਮਾਨਦਾਰੀ ਨਾਲ ਕੰਮ ਕਰਨਾ ਹੈ। ਐਡਾ ਵੱਡਾ ਫੈਸਲਾ ਲੈਣਾ ਸੌਖੀ ਗੱਲ ਨਹੀਂ, ਔਰ ਦ੍ਰਿੜ ਨਿਸ਼ਚੈ ਚਾਹੀਦਾ ਉਹਦੇ ਲਈ ਜਿਗਰਾ ਚਾਹੀਦਾ ਕੰਮ ਕਰਨ ਲਈ। ਲੇਕਿਨ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੋ ਸਿਆਸਤਾਂ ਹੁਣ ਤੱਕ ਪਿਛਲੀਆਂ ਸਰਕਾਰਾਂ 'ਚ ਚੱਲਦੀਆਂ ਰਹੀਆਂ ਨੇ, ਕੈਪਟਨ ਸਾਹਿਬ ਨੇ 9 ਉਜਾਗਰ ਕੀਤੇ ਸੀ, ਕਿਉਂ ਨਹੀਂ ਦਿੱਤੇ ਵੀ, ਕਿਉਂ ਨਹੀਂ ਕਾਰਵਾਈ ਕੀਤੀ? ਆਪਣੇ ਚੰਨੀ ਜੀ ਦਾ ਤੁਸੀਂ ਨਾਮ ਲਿਆ, 55 ਕਰੋੜ ਦੀਆਂ ਆਪਣੇ ਟਰਨਓਵਰ, ਉਹਨਾਂ ਤੋਂ 8 ਕਰੋੜ ਰੁਪਈਆ ਕੈਸ਼, ਇਹ ਪੈਸਾ ਕਿੱਥੋਂ ਆਇਆ? ਕਿਉਂ ਦੱਬ ਕੇ ਰੱਖ ਲਿਆ ਗਿਆ? ਇਹ ਸਾਰਾ ਕੁਝ ਹੈ ਇਹ ਕਰਪਸ਼ਨ ਦੇ ਆਧਾਰ ਤੇ ਹੋਇਆ। ਤਾਂ ਹੀ ਪੰਜਾਬ ਦੀ ਜਨਤਾ ਨੇ ਤੁਹਾਨੂੰ ਇਹ ਨਹੀਂ, ਤੁਸੀਂ ਪੂਰੇ ਪੁਰਾਣੇ ਲੰਬੀ ਦੇਰ ਤੋਂ ਤੁਸੀਂ ਰਾਜ ਕਰਦੇ ਆ ਰਹੇ ਹੋ, ਤੁਹਾਨੂੰ ਪੰਜਾਬ ਤੋਂ ਬਾਹਰ ਇਸ ਕਰਕੇ ਕੀਤਾ ਗਿਆ ਕਿਉਂਕਿ ਤੁਸੀਂ ਪੰਜਾਬ ਨੂੰ ਹਮੇਸ਼ਾ ਲੁੱਟਦੇ ਰਹੇ ਹੋ, ਪੰਜਾਬ ਨੂੰ ਪੂਰਾ ਹਨੇਰੇ 'ਚ ਧੱਕਿਆ। ਇਸ ਕਰਕੇ ਪੰਜਾਬ ਦੀ ਜਨਤਾ ਨੇ ਤੁਹਾਨੂੰ ਪੰਜਾਬ ਤੋਂ ਬਾਹਰ ਕੀਤਾ। ਤੁਹਾਨੂੰ ਨਹੀਂ ਬਣਾਉਣਾ ਚਾਹੀਦਾ। ਜੇਕਰ ਆਮ ਆਦਮੀ ਪਾਰਟੀ ਕੋਈ ਮਾੜਾ ਕੰਮ ਕਰੇਗੀ, ਅਸ਼ਰ ਸਾਡਾ ਵੀ ਇਹੀ ਹੋਣਾ, ਲੇਕਿਨ ਆਮ ਆਦਮੀ ਪਾਰਟੀ ਅਜਿਹਾ ਕੋਈ ਵੀ ਸਟੈਪ ਨਹੀਂ ਚੱਕੇਗੀ। ਇੱਕ ਗੱਲ ਕਹਾਵਤ ਜ਼ਰੂਰ ਹੈ ਕਿ ਨੇਕੀ ਕਰਤੇ ਜੂਤੇ ਖਾ, ਇਹ ਸਦਾ ਹੀ ਚੱਲਦਾ ਰਿਹਾ ਹੈ, ਜੁਗਾਂ ਤੋਂ ਇਹ ਕਹਾਵਤ ਹੈ ਔਰ ਇਹ ਚੱਲਦੀ ਰਹਿਣੀ ਹੈ। ਜੀ ਮੈਂ ਬਾਕੀ ਪੈਨਲਿਸਟ ਨੂੰ ਮਾਫੀ ਮੰਗਾਂਗਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਬਹੁਤ ਘੱਟ ਹੈ, ਇਸ ਕਰਕੇ ਮੈਂ ਮਾਫੀ ਚਾਹਾਂਗਾ। ਕਮਲ ਸੋਈ ਜੀ ਤੁਹਾਨੂੰ ਵੀ ਟਾਈਮ ਨਹੀਂ ਦੇ ਪਾਇਆ, ਜੰਗਵੀਰ ਜੀ ਮਾਫੀ ਚਾਹਾਂਗਾ, ਮਾਨ ਸਾਹਿਬ ਤੇ ਪ੍ਰਭਜੋਤ ਧਾਲੀਵਾਲ ਜੀ ਤੁਹਾਡਾ ਸਵਾਗਤ ਬਹੁਤ ਹੈ, ਪਰੰਤੂ ਮਾਫੀ ਚਾਹਾਂਗਾ ਟਾਈਮ ਦੀ ਕਮੀ ਹੋਣ ਕਰਕੇ ਮੈਂ ਗੱਲ ਨਹੀਂ ਰੱਖ ਪਾ ਰਿਹਾ। ਤੇ ਇਸ ਅਗਲੀ ਵਾਰ ਜਦੋਂ ਵੀ ਜੁੜਾਂਗੇ ਫਿਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ, ਫਿਰ ਵੀ ਵੇਖਾਂਗੇ ਕਿ ਕਿਤੇ ਨਾ ਕਿਤੇ ਸਰਕਾਰ ਕੀ ਕਰਦੀ ਹੈ। ਇਹ ਆਉਣ ਵਾਲੇ ਦਿਨਾਂ 'ਚ ਸਪਸ਼ਟ ਹੋ ਜਾਵੇਗਾ। ਹਾਲਾਂਕਿ ਸਾਰੇ ਪੈਨਲਿਸਟ ਵੱਲੋਂ ਜਿਸ ਤਰ੍ਹਾਂ ਆਪੋ ਆਪਣੀ ਗੱਲ ਰੱਖੀ ਗਈ ਹੈ, ਆਪੋ ਆਪਣੀ ਪਾਰਟੀਆਂ ਦੇ ਤੌਰ ਤੇ ਗੱਲ ਰੱਖੀ ਗਈ ਹੈ ਕਿ ਕਿਸੇ ਵੀ ਮੁੱਦੇ ਨੂੰ ਲੈ ਕੇ ਬਹੁਤ ਬਾਰੀਕੀ ਦੇ ਨਾਲ ਵੇਖਿਆ ਜਾਵੇਗਾ। ਹਾਲਾਂਕਿ ਵਿਰੋਧੀ ਧਿਰ ਦਾ ਇੱਕ ਰੋਲ ਹੁੰਦਾ ਹੈ, ਉਹਨਾਂ ਦਾ ਫਰਜ਼ ਬਣਦਾ ਹੈ, ਹੱਕ ਬਣਦਾ ਹੈ ਕਿ ਜਦੋਂ ਸਰਕਾਰ ਕਿਤੇ ਨਾ ਕਿਤੇ 19-29 ਕਰੇ ਤਾਂ ਉਹਨਾਂ ਦੀ ਜੋ ਗੱਲਬਾਤ ਹੈ ਉਸਨੂੰ ਲੋਕਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ। ਜਿਹੜੇ ਲੋਕਾਂ ਦੇ ਵੱਲੋਂ ਸਰਕਾਰ ਨੂੰ ਚੁਣਿਆ ਜਾਂਦਾ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਕਾਰ ਕਿਸ ਪੱਖ ਵੱਲ ਜਾ ਰਹੀ ਹੈ, ਕਿ ਲੋਕ ਹਿੱਤ ਫੈਸਲੇ ਲੈ ਰਹੀ ਹੈ ਜਾਂ ਲੋਕ ਮਾਰੂ ਫੈਸਲੇ ਲੈ ਰਹੀ ਹੈ, ਜਿਸ ਦੇ ਤਹਿਤ ਇਹ ਵਿਰੋਧੀ ਧਿਰ ਦਾ ਬਿਲਕੁਲ ਰੋਲ ਹੁੰਦਾ ਹੈ। ਹਾਲਾਂਕਿ ਅੱਜ ਦੇ ਮਸਲੇ ਦੇ ਉੱਤੇ ਵੱਖੋ-ਵੱਖ ਬੁਲਾਰਿਆਂ ਵੱਲੋਂ ਆਪੋ ਆਪਣੀ ਪਾਰਟੀ ਦੇ ਤੌਰ ਤੇ ਗੱਲ ਰੱਖੀ ਗਈ ਹੈ ਕਿ ਇੱਕ ਪਾਸੇ ਤਾਂ ਮਾਨ ਸਰਕਾਰ ਵੱਲੋਂ ਜਿਹੜਾ ਵਿਜੇ ਸਿੰਗਲਾ ਨੂੰ ਬਰਖਾਸਤ ਕਰਕੇ ਜੇਲ੍ਹ ਦੇ ਵਿੱਚ ਡੱਕਿਆ ਗਿਆ ਉਸ ਤੇ ਵੀ ਗੱਲ ਰੱਖੀ ਗਈ ਹੈ ਕਿ ਕਿਤੇ ਨਾ ਕਿਤੇ ਇੱਕ ਸ਼ੋਸ਼ੀ ਫੋਤੇਬਾਜ਼ੀ ਹੈ, ਤੇ ਦੂਜੇ ਪਾਸੇ 1500 ਰੁਪਇਆ ਜੋ ਸਿੱਧੀ ਬਿਜਾਈ ਦਾ ਕਣਕ ਦਾ ਸਿੱਧੀ ਬਿਜਾਈ ਦਾ ਜੋ ਝੋਨੇ ਦਾ ਦੇਣਾ ਹੈ ਕਿਸਾਨਾਂ ਨੂੰ, ਉਸ ਦਾ ਪੋਰਟਲ ਜਾਰੀ ਕੀਤਾ, ਉਸ ਤੇ ਵੀ ਕਿਤੇ ਨਾ ਕਿਤੇ ਵਿਰੋਧੀਆਂ ਵੱਲੋਂ ਚਿੰਤਾ ਪ੍ਰਗਟਾਈ ਗਈ ਹੈ। ਹਾਲਾਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਕਿ ਕਿਸਾਨਾਂ ਨੂੰ ਸਿੱਧੇ ਤੌਰ ਤੇ ਪਾਣੀ ਨੂੰ ਬਚਾਉਣ ਦੇ ਲਈ ਇੱਕ ਵਡਮੁੱਲਾ ਇੱਕ ਵੱਖਰਾ ਯੋਗਦਾਨ ਪਾਇਆ ਜਾ ਰਿਹਾ, ਜਿਸ ਦੀ ਕਿਤੇ ਨਾ ਕਿਤੇ ਸ਼ਲਾਘਾ ਬਣਦੀ ਜ਼ਰੂਰ ਦਿਖਦੀ ਹੈ, ਪਰੰਤੂ ਜੋ ਕਿਸਾਨਾਂ ਨੂੰ ਇਸ ਸਮੇਂ ਜ਼ਰੂਰਤ ਹੈ ਉਹ ਵੀ ਦਿੱਤੀ ਜਾਣੀ ਬਹੁਤ ਜ਼ਰੂਰੀ ਹੈ। तो इस दे नाल ही अगली बार फिर हाज़र होवांगे कोई वखरा मुद्दा लैके। तद तक तुसीं साडे नाल जुड़े रहो ते वेखदे रहो पंजाब टुडे।